ਸਤਿ ਸ਼੍ਰੀ ਅਕਾਲ ਨਮਸਕਾਰ ਤੁਸੀਂ ਦੇਖ ਰਹੇ ਹੋ FYI ਮੀਡੀਆ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੁਹਾਨੂੰ ਪਤਾ ਹੈ ਕਿ BC ਦੇ ਵਿੱਚ ਇਲੈਕਸ਼ਨ ਨੇ 24 ਤਰੀਕ ਨੂੰ ਇਲੈਕਸ਼ਨ ਹੋਣ ਜਾ ਰਹੇ ਨੇ ਤੇ 16 ਤਰੀਕ ਤੋਂ ਜਿਹੜੇ ਐਡਵਾਂਸ ਪੋਲ ਹੋਣ ਜਾ ਰਹੇ ਨੇ 16 ਤੋਂ 21 ਤੱਕ ਤੁਸੀਂ ਕਦੇ ਵੀ ਜਾ ਕੇ ਜਿਹੜੀ ਵੋਟ ਉਹ ਪਾ ਸਕਦੇ ਆ ਜਾਂ ਮੇਲ ਇਨ ਬੈਲਟ ਜਿਹੜੀ ਹੈ ਤੁਹਾਨੂੰ ਮੰਗਵਾਉਣੀ ਪੈਣੀ ਹੈ ਫੋਨ ਕਰਕੇ ਮੰਗਵਾ ਸਕਦੇ ਹੋ ਤੁਸੀਂ ਜਾਂ ਤੁਸੀਂ ਜੋ ਹੈ ਉਹਨਾਂ ਦੇ ਨਾਲ ਸਿੱਧਾ ਫੋਨ ਕਰ ਸਕਦੇ ਹੋ ਜਾਂ ਵੈਬਸਾਈਟ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਮੇਲ ਇਨ ਬੈਲਟ ਤੁਸੀਂ ਕਿਸ ਤਰ੍ਹਾਂ ਜੋ ਕਰ ਸਕਦੇ ਹੋ ਵੋਟ ਕਿਸ ਤਰ੍ਹਾਂ ਪਾ ਸਕਦੇ ਆ ਹੁਣ ਵੱਖ-ਵੱਖ ਕੈਂਡੀਡੇਟਸ ਦੇ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਕਿ ਪਾਰਟੀ ਦਾ ਆਖਿਰ ਪਲੇਟਫਾਰਮ ਕੀ ਹੈ ਕੀ ਉਹਨਾਂ ਦਾ ਪਲੇਟਫਾਰਮ ਹੈ ਜਿਸ ਦੇ ਆਧਾਰ ਤੇ ਉਹ ਇਲੈਕਸ਼ਨ ਲੜ ਰਹੇ ਨੇ ਕੀ 4 ਸਾਲਾਂ ਦੀ ਉਹਨਾਂ ਦੀ ਰਣਨੀਤੀ ਹੋਵੇਗੀ 4 ਸਾਲਾਂ ਦੇ ਲਈ BC ਦੇ ਵਿੱਚ ਕਿਹੜੇ-ਕਿਹੜੇ ਕੰਮ ਹੋਣਗੇ ਅੱਜ ਜਿਸ ਕੈਂਡੀਡੇਟ ਦੇ ਨਾਲ ਅਸੀਂ ਤੁਹਾਡੀ ਗੱਲਬਾਤ ਕਰਵਾਉਣ ਜਾ ਰਹੇ ਹਾਂ ਉਹ ਸਰੀ ਗ੍ਰੀਨ ਟਿੰਬਰਸ ਤੋਂ NDP ਕੈਂਡੀਡੇਟ ਨੇ ਤੁਸੀਂ ਉਹਨਾਂ ਨੂੰ ਜਾਣਦੇ ਹੋ 2017 ਦੇ ਵਿੱਚ ਉਹਨਾਂ ਨੇ BC NDP ਦੇ ਵੱਲੋਂ ਚੋਣ ਜਿੱਤੀ ਸੀਗੀ ਤੇ ਉਸ ਤੋਂ ਪਹਿਲਾਂ ਉਹ ਡਰੱਗ ਐਂਡ ਐਲਕੋਹਲ ਕਾਉਂਸਲਰ ਵੀ ਰਹੇ ਹੈਗੇ ਆ ਵਿਮਨ ਡੋਮੈਸਟਿਕ ਵਾਇਲੈਂਸ ਦੇ ਨਾਲ ਵੀ ਉਹ ਕੰਮ ਕਰ ਚੁੱਕੇ ਸਪੋਰਟ ਕਰ ਚੁੱਕੇ ਹੈਗੇ ਤੇ ਨਾਲ ਦੀ ਨਾਲ ਹੁਣ ਉਹ ਪੁਲਿਸ ਕੰਪਲੇਂਟ ਪ੍ਰੋਸੈਸ ਦੇ ਉੱਤੇ ਚੇਅਰ ਦੇ ਉੱਤੇ ਵੀ ਰਹੇ ਹੈਗੇ ਆ ਕਮਿਊਨਿਟੀ ਐਕਟਿਵਿਸਟ ਹੈਗੇ ਨੇ ਮੈਂ ਗੱਲ ਕਰ ਰਹੀ ਹਾਂ ਮਿਸਿਸ ਰਚਨਾ ਸਿੰਘ ਦੀ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸੋ ਰਚਨਾ ਜੀ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕਸ ਫॉर ਹੈਵਿੰਗ ਮੀ ਇਲੈਕਸ਼ਨ ਹੋ ਰਹੀ ਹੈ ਇਲੈਕਸ਼ਨ ਇੱਕ ਇਹੋ ਜਿਹੇ ਟਾਈਮ ਤੇ ਹੋ ਰਹੀ ਹੈ ਕਿ ਪੈਂਡੈਮਿਕ ਚੱਲ ਰਿਹਾ ਹੈਗਾ ਆ ਤੁਹਾਨੂੰ ਕੀ ਲੱਗਦਾ ਹੈ ਕਿ ਦੈਟ ਵਾਸ ਅ ਗੁੱਡ ਡਿਸੀਜਨ ਕਿ ਹੁਣ ਇਲੈਕਸ਼ਨ ਜਿਹੜੀਆਂ ਹੋਣੀਆਂ ਚਾਹੀਦੀਆਂ ਸੀ ਜੀ ਬਿਲਕੁਲ ਅਸੀਂ ਜਾਣਦੇ ਹਾਂ ਅਸੀਂ ਕੋਵਿਡ ਵਰਗੀ ਬਹੁਤ ਵੱਡੇ ਕ੍ਰਾਈਸਿਸ ਤੋਂ ਨਿਕਲ ਰਹੇ ਹੈਗੇ ਆ ਐਂਡ ਇਟ ਇਜ਼ ਵੈਰੀ ਇੰਪੋਰਟੈਂਟ ਟੂ ਫੋਕਸ ਔਨ ਦ ਇਸ਼ੂਜ਼ ਜਿਹੜੇ ਬਹੁਤ ਜ਼ਿਆਦਾ ਅੱਜ ਕੱਲ੍ਹ ਲੋਕਾਂ ਦੇ ਦਿਮਾਗ ਤੇ ਉਹਨਾਂ ਦੇ ਹੈਲਥ ਤੇ ਇਹਦੇ ਇਕਨੋਮੀ ਨੂੰ ਲੈ ਕੇ ਇਲੈਕਸ਼ਨ ਦੇ ਜੇ ਅਸੀਂ ਜਿਹੜਾ ਅਗਲਾ ਸਾਲ ਸੀਗਾ ਜਦੋਂ ਮਿੱਥਿਆ ਹੋਇਆ ਸੀ ਟਾਈਮ ਅਸੀਂ ਜਿਹੜੀ ਸਾਡੀ ਰਿਸਰਚ ਕਹਿ ਰਹੀ ਸੀ ਹੈਲਥ ਰਿਸਰਚ ਉਹ ਕਹਿ ਰਹੀ ਸੀ ਕਿ ਜਦੋਂ ਵੀ ਇਲੈਕਸ਼ਨ ਅਸੀਂ ਕਰਾਵਾਂਗੇ ਉਹ ਕੋਵਿਡ ਵਿੱਚ ਹੀ ਹੋਏਗੀ ਬੇਸ਼ੱਕ ਉਹ ਹੁਣ ਨਹੀਂ ਹੁੰਦੀ ਅਗਲੇ ਸਾਲ ਹੁੰਦੀ ਹੈ it would have been a COVID election. So, and it was very important to focus on the issues that really mattered. ਤੇ ਤਾਂ ਹੀ ਸਾਡੇ ਲੀਡਰ ਜੌਨ ਹੋਰਗਨ ਹੋਰਾਂ ਨੇ ਪਾਰਟੀ ਨੇ ਇਹ ਡਿਸਾਈਡ ਕੀਤਾ ਕਿ ਲੈਟਸ ਜਸਟ ਡੂ ਦ ਪੋਲਿਟਿਕਸ ਫॉर 4 ਵੀਕਸ ਕਿਉਂਕਿ ਜੇ ਅਸੀਂ ਸਾਲ ਟਪਾ ਦਾਂਗੇ ਜਦੋਂ ਇਲੈਕਸ਼ਨ ਦੀ ਵੇਟ ਕਰਦੇ ਰਹਾਂਗੇ ਤਾਂ ਪੋਲਿਟਿਕਸ ਹੁੰਦੀ ਰਹੇਗੀ ਲਾਈਕ ਗੋਇੰਗ ਬੈਕ ਐਂਡ ਫੋਰਥ ਵਿਦ ਦ ਪੋਲੀਟੀਕਲ issues going back and forth. Let's just focus on the politics for 4 or 5 weeks and then get the mandate from the public. ਤੇ ਜਿਹੜਾ ਕੰਮ ਬਹੁਤ ਜ਼ਰੂਰੀ ਹੈ ਜਿਹੜਾ ਕਿ ਇਕਨੋਮਿਕ ਰਿਕਵਰੀ ਦਾ ਹੈਲਥ ਦਾ ਉਹਦੇ ਉੱਤੇ ਜ਼ੋਰ ਦਿੱਤਾ ਜਾਏ rather than on politics. ਨਾਲ ਹੁਣ ਜਦੋਂ ਅਸੀਂ ਪੋਲਿਟਿਕਸ ਦੀ ਗੱਲ ਕਰ ਰਹੇ ਹੈਗੇ ਪਰ ਨਾਲ ਜਿਹੜੀਆਂ ਆਪੋਜੀਸ਼ਨਸ ਹੈਗੀਆਂ ਨੇ ਚਾਹੇ ਲਿਬਰਲਸ ਨੇ ਚਾਹੇ ਗ੍ਰੀਨ ਨੇ ਬਟ ਉਹ ਕਹਿ ਰਹੇ ਨੇ ਕਿ ਜਿਹੜੀ ਬਿੱਲ ਦੀ ਗੱਲ ਹੋ ਰਹੀ ਹੈ ਅਸੀਂ ਉਹਨੂੰ ਸਪੋਰਟ ਕਰਨ ਦੀ ਤਿਆਰ ਸੀਗੇ ਪਰ ਫਿਰ ਵੀ ਇਲੈਕਸ਼ਨ ਕਾਲ ਕੀਤੀਆਂ ਗਈਆਂ ਜੀ ਉਹ ਬਿੱਲ ਇਹ ਤਾਂ ਹੁਣ ਜਿਹੜੇ ਇਹ ਗੱਲਾਂ ਕਈ ਬਾਹਰ ਨਹੀਂ ਆਉਂਦੀਆਂ ਹੈਗੀਆਂ ਪਰ ਜਿਹੜਾ ਕਈ ਬਿੱਲ ਸੀਗਾ ਵਿਚ ਵਾਸ ਵੈਰੀ ਇੰਪੋਰਟੈਂਟ ਜਿਹੜਾ ਇੱਕ ਬਿੱਲ ਦਾ ਤਾਂ ਮੈਨੂੰ ਜਿਹੜੀ ਜਾਣਕਾਰੀ ਹੈਗੀ ਹੈ ਉਹ ਹੈਗਾ ਸੀਗਾ ਜਿਹੜਾ ਐਡਿਕਸ਼ਨ ਓਪੀਓਇਡ ਕ੍ਰਾਈਸਿਸ ਨਾਲ ਲੈ ਕੇ ਬਹੁਤ ਹੀ ਇੰਪੋਰਟੈਂਟ ਬਿੱਲ ਸੀਗਾ ਬੀਇੰਗ ਅ ਮਦਰ ਮਾਈ ਸੈਲਫ ਤੇ ਜੇ ਅਸੀਂ ਜਾਣਦੇ ਹਾਂ ਕਿ ਬਹੁਤ ਹੀ ਜਿਹੜੀ ਤਰਾਸਦੀ ਹੈ ਪੇਰੈਂਟਸ ਦੀ ਕਿ ਵਟ ਟੂ ਡੂ ਵੈਨ ਯੋਰ ਚਾਈਲਡ ਇਜ਼ ਸਪੈਸ਼ਲੀ ਅੰਡਰ ਏ ਚਾਈਲਡ ਉਹ ਡੀਲ ਕਰ ਰਿਹਾ ਉਹ ਬਿੱਲ ਨਹੀਂ ਉਹ ਟੇਬਲ ਹੋਇਆ ਪਰ ਉਹਦੇ ਤੇ ਕੋਈ ਡਿਸਕਸ਼ਨ ਵੀ ਨਹੀਂ ਹੋ ਪਾਈ ਹੈ ਸੋ ਦੈਟ ਵਾਸ ਵਨ ਬਿੱਲ ਪਰ ਉਹਦੇ ਇਲਾਵਾ ਹੋਰ ਵੀ ਜਿਹੜੇ ਕੈਬਨਿਟ ਵਿੱਚ ਕਈ ਗੱਲਾਂ ਹੋਣਗੀਆਂ ਜਿਹੜੇ ਆਈ ਥਿੰਕ ਦੇ ਵੁੱਡ ਬੀ ਮੋਰ ਪ੍ਰਿਵੀ ਟੂ ਇਟ ਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਜਿਹੜਾ ਹੁਣ ਸੀ ਕਿ ਇਟ ਇਜ਼ ਨਾਟ ਅ ਸਟੇਬਲ environment to deal with those issues. Kasi we are going back and forth with that. Let's have a mandate. Let's work with the people for the people. ਰਚਨਾ ਜੀ ਤੁਸੀਂ ਡਰੱਗ ਐਂਡ ਐਲਕੋਹਲ ਕਾਉਂਸਲਰ ਰਹੇ ਹੈਗੇ ਹੋ ਖੁਦ ਬਹੁਤ ਨੇੜੇ ਤੋਂ ਕੰਮ ਕੀਤਾ ਆ BC ਦੇ ਵਿੱਚ ਡਰੱਗ ਐਂਡ ਐਲਕੋਹਲ ਇਲਿਸਿਟ ਡਰੱਗਸ ਹੈਗੀਆਂ ਓਵਰਡੋਜ਼ ਹੈਗੀਆਂ ਉਹਦੇ ਨਾਲ ਡੈਥਸ ਇੰਨੀਆਂ ਜ਼ਿਆਦਾ ਹੋ ਰਹੀਆਂ ਨੇ ਹੁਣ ਹਾਲ ਹੀ ਦੇ ਮਹੀਨਿਆਂ ਦੇ ਵਿੱਚ ਜਿੰਨੀਆਂ ਕਿ ਕੋਵਿਡ ਦੇ ਨਾਲ ਵੀ ਨਹੀਂ ਹੋ ਰਹੀਆਂ ਬਹੁਤ ਹੀ ਸੈਂਸਿਟਿਵ ਇਸ਼ੂ ਹੈਗਾ ਆ ਇਹਦੇ ਨੂੰ ਲੈ ਕੇ ਜਿਹੜੀ ਸਰਕਾਰ ਆਲਵੇਜ਼ ਕਹਿ ਰਹੀ ਹੈ ਕਿ ਅਸੀਂ ਫਾਊਂਡਰੀਜ਼ ਖੋਲੀਆਂ ਨੇ ਅਸੀਂ ਹੋਰ ਬਹੁਤ ਚੀਜ਼ਾਂ ਖੋਲੀਆਂ ਨੇ ਪਰ ਮੌਤਾਂ ਕਿਉਂ ਨਹੀਂ ਘਟ ਰਹੀਆਂ ਕੀ ਕਿੱਥੇ ਲੈਕ ਕਰ ਰਹੀ ਹੈ BC NDP ਜਦੋਂ 3 ਸਾਲ ਇਹਨਾਂ ਨੇ ਕੰਮ ਕੀਤਾ ਜੀ ਬਿਲਕੁਲ ਇਟ ਇਜ਼ ਵੈਰੀ ਔਰ ਅਸੀਂ ਜਾਣਦੇ ਹਾਂ ਕਿ ਅਸੀਂ ਪਿਛਲੇ 3 ਸਾਲ ਵਿੱਚੋਂ we dedicated a ministry just for mental health and addictions ਲਈ ਔਰ ਪੂਰੇ ਕੈਨੇਡਾ ਵਿੱਚੋਂ ਇੱਕੋ ਇੱਕ ਸੂਬਾ ਸੀਗਾ ਜਿਨ੍ਹਾਂ ਨੇ ਇੱਕ ਆਪਣੀ on its own ministry as ਕੰਮ ਲਈ ਅਸਾਈਨ ਕੀਤੀ ਸੀਗੀ and we were taking this issue we still take this issue very very seriously ਜਿਹੜਾ ਹੁਣ recently ਜਦੋਂ ਜਿਹੜੀ opioid crisis ਦਾ ਜਦੋਂ ਅਸੀਂ ਆਏ ਤੇ it was there ਉਹਦੇ ਤੇ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਕਾਫੀ ਜ਼ਿਆਦਾ ਕੰਟਰੋਲ ਕੀਤਾ ਜਾ ਰਿਹਾ ਸੀ ਬਟ ਵਿਦ ਦ ਕੋਵਿਡ ਉਹਨਾਂ ਦੇ ਕੋਵਿਡ ਦੇ ਆਗਮਨ ਦੇ ਨਾਲ ਉਹ ਜਿਹੜਾ ਕੀ ਹੈ ਜਿਹੜੀ ਡਰੱਗ ਸਪਲਾਈ ਹੈ ਬਹੁਤ ਜ਼ਿਆਦਾ ਟੌਕਸਿਕ ਹੋ ਚੁੱਕੀ ਹੈ ਸਾਨੂੰ ਪਤਾ ਕਿ ਜਿਹੜੀਆਂ ਡਰੱਗਸ ਮਿਲ ਰਹੀਆਂ ਹੈਗੀਆਂ ਉਹਦੀ ਬਹੁਤ ਟੌਕਸਿਸਿਟੀ ਜ਼ਿਆਦਾ ਹੈਗੀ ਹੈ ਉਹਦੇ ਕਰਕੇ ਇਹ ਜਿਹੜੀਆਂ ਮੌਤਾਂ ਦਾ ਅੰਕੜਾ ਬਹੁਤ ਜ਼ਿਆਦਾ ਵਧਿਆ ਹੋਇਆ ਵਿਚ ਇਜ਼ ਐਕਸਟ੍ਰੀਮਲੀ ਸੈਡ ਰਿਐਲਿਟੀ ਬਟ ਕਿ ਅਸੀਂ ਸਾਡੀ ਸਰਕਾਰ ਜਿਹੜੇ ਸਾਡੇ ਮਿਨਿਸਟਰ ਸੀ ਜੂਡੀ ਡਾਰਸੀ
we were committed to work towards it. And this is, I would say कि ਐਵੇਂ ਦਾ issue ਹੈ कि it's not a partisan issue. It is not NDP issue. It's not like opposition party issue. It is all of us coming together and finding out solutions. ਪਰ ਜੇ ਅਸੀਂ ਆਪਣਾ track record ਦੇਖੀਏ ਤੇ ਅਸੀਂ especially ਸਰੀ ਵਿੱਚ ਜੇ ਮੈਂ ਕਹਾਂ, we were the first one to open ਜਿਹੜਾ ਅਸੀਂ ਜਿਵੇਂ ਆਮ ਅਰਜੈਂਟ ਪ੍ਰਾਇਮਰੀ ਕੇਅਰ ਸੈਂਟਰ ਖੁੱਲ੍ਹੇ ਹੈ, ਅਸੀਂ ਮੈਂਟਲ ਹੈਲਥ ਲਈ ਵੀ ਅਰਜੈਂਟ ਕੇਅਰ ਸੈਂਟਰ ਖੁੱਲ੍ਹਿਆ। ਅਸੀਂ ਜਿਹੜਾ ਰੋਸ਼ਨੀ ਕਲੀਨਿਕ ਹੈਗਾ ਉਹਦੇ ਕਲਚਰਲੀ ਸੈਂਸਿਟਿਵ ਜਿਹੜਾ ਸੇਵਾਵਾਂ ਦਿੰਦਾ ਉਹਦੀ ਫੰਡਿੰਗ 'ਚ ਵਾਧਾ ਕੀਤਾ। ਤੁਸੀਂ ਫਾਊਂਡਰੀ ਦੀ ਆਪਾਂ ਆਪਣੇ ਆਪ ਗੱਲ ਕੀਤੀ ਹੈਗੀ ਕਿ ਜਿਹੜਾ ਯੰਗਰ ਯੂਥ ਹੈਗਾ ਜਿਹੜਾ 14 ਤੋਂ 25 ਦੇ ਵਿੱਚ ਦੇ ਕੈਨ ਐਕਸੈਸ ਦ ਸਰਵਿਸਿਜ਼ ਐਂਡ ਦ ਰਿਸੋਰਸਿਜ਼, ਉਹ ਅਸੀਂ ਕਿੰਨੇ ਜ਼ਿਆਦਾ ਐਲਾਨੇ ਪੂਰੇ BC ਦੇ ਵਿੱਚ। ਸੋ ਐਂਡ ਆਲਸੋ ਇਨ ਦ ਸਕੂਲਸ ਕਿ ਮੈਂਟਲ ਹੈਲਥ ਦੀ ਜਿਹੜੇ ਕਰਿਕੂਲਮ ਵਿੱਚ ਮੈਂਟਲ ਹੈਲਥ ਨੂੰ ਐਡ ਕਰਨਾ, ਉਹਦੇ ਬਾਰੇ ਚਰਚਾ ਕਰਨੀ ਤਾਂ ਕਿ ਇਹਦੇ ਬਾਰੇ ਹੋਰ ਅਵੇਅਰਨੈਸ ਹੋਵੇ। ਸਮਾਂ ਵਰਗੀਆਂ ਆਰਗੇਨਾਈਜੇਸ਼ਨਸ ਉਹਨਾਂ ਨੂੰ ਫੰਡਿੰਗ ਦਿੱਤੀ। ਸੋ ਆਈ ਥਿੰਕ ਦ ਵਰਕ ਇਜ਼ ਗੋਇੰਗ ਔਨ, ਪਰ ਇਟ ਇਜ਼ ਜਸਟ ਦ ਟਾਈਮਿੰਗ ਆਫ ਇਟ ਵਿਦ ਦ ਟੌਕਸਿਸਿਟੀ, ਇਟਸ ਵੈਰੀ ਵੈਰੀ ਸੈਡ ਸਿਚੁਏਸ਼ਨ। ਰਚਨਾ ਜੀ, ਪਲੇਟਫਾਰਮ ਜਿਹੜੇ ਅਨਾਉਂਸ ਹੋ ਰਹੇ ਹੈਗੇ ਨੇ, ਹਰ ਪਾਰਟੀ ਦੇ ਵੱਲੋਂ ਹੋ ਰਹੇ ਨੇ। NDP ਦੀ ਗੱਲ ਕਰੀਏ ਤਾਂ NDP ਦੇ ਵੱਲੋਂ 2 ਅਨਾਉਂਸਮੈਂਟਸ ਹੋ ਚੁੱਕੀਆਂ ਹੈਗੀਆਂ ਨੇ। ਪਹਿਲੀ ਅਨਾਉਂਸਮੈਂਟ ਜਿਹੜੀ ਕੱਲ ਕੀਤੀ ਗਈ ਸੀ ਹੈਲਥ ਕੇਅਰ ਨੂੰ ਲੈ ਕੇ, ਤੇ ਉਸ ਤੋਂ ਬਾਅਦ ਜਿਹੜੀ ਅੱਜ ਅਨਾਉਂਸਮੈਂਟ ਕੀਤੀ ਗਈ ਹੈ ਪੋਸਟ ਸੈਕੰਡਰੀ ਸਕੂਲਸ ਨੂੰ ਲੈ ਕੇ। ਸੋ ਇਹ ਸਾਰੀਆਂ ਸਕੂਲਸ ਦੇ ਵਿੱਚ ਇਨਵੈਸਟਮੈਂਟਸ ਹੋ ਰਹੀਆਂ ਨੇ। ਪਹਿਲਾਂ ਇਹਦੇ ਬਾਰੇ ਦੱਸੋ ਕਿ ਕੀ ਅਨਾਉਂਸਮੈਂਟਸ? ਬਿਲਕੁਲ ਜੀ, ਅੱਜ ਜਿਹੜੀ ਪੋਸਟ ਸੈਕੰਡਰੀ ਦੀ ਜਿਹੜੀ ਜੌਨ ਹੌਰਗਨ ਹੋਰਾਂ ਨੇ ਅਨਾਉਂਸਮੈਂਟ ਕੀਤੀ, ਆਈ ਥਿੰਕ ਇਟਸ ਵੈਰੀ ਇੰਪੋਰਟੈਂਟ, ਕਿਉਂਕਿ ਅਸੀਂ ਜਾਣਦੇ ਹਾਂ ਕਿ ਜਿਹੜੀ ਐਜੂਕੇਸ਼ਨ ਹੈ ਇਹ ਸਭ ਤੋਂ ਵੱਡਾ ਇਕੁਅਲਾਈਜ਼ਰ ਹੈ। ਅਸੀਂ ਚਾਹੁੰਦੇ ਹਾਂ ਕਿ ਸਾਰੇ ਬੱਚੇ ਜਿਹੜੇ ਹੈਗੇ ਹੈ ਉਹਨਾਂ ਕੋਲ ਐਕਸੈਸ ਹੋਵੇ ਪੋਸਟ ਸੈਕੰਡਰੀ ਐਜੂਕੇਸ਼ਨ ਦਾ। ਐਂਡ ਅਸੀਂ ਇਹ ਵੀ ਜਾਣਦੇ ਹਾਂ ਕਿ ਪਿਛਲੀ ਜਿਹੜੀ ਸਰਕਾਰ ਸੀਗੀ ਉਹਨਾਂ ਨੇ ਜਿਹੜੀਆਂ ਟਿਊਸ਼ਨ ਫੀਸ ਹੈ ਉਹਨੂੰ ਬਿਲਕੁਲ ਉਹਦੇ ਤੇ ਕੰਟਰੋਲ ਨਹੀਂ ਸੀਗਾ, ਉਹ ਸਕਾਈ ਰੌਕਟ ਹੋ ਗਈਆਂ। ਵਨਸ ਵੀ ਕੇਮ ਟੂ, ਜਦ ਅਸੀਂ ਗਵਰਨਮੈਂਟ ਫਾਰਮ ਕੀਤੀ, ਅਸੀਂ ਇਹਨਾਂ 'ਚ ਉਹਦੇ ਜਿਹੜੀ ਟਿਊਸ਼ਨ ਫੀਸ ਦੇ ਉੱਤੇ ਫਰੀਜ਼ ਲਾਈ। ਪਰ ਇੱਕ ਜਿਹੜੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀਗੀ ਕਿ ਗ੍ਰਾਂਟਸ ਦਿੱਤੀਆਂ ਜਾਣ ਬੱਚਿਆਂ ਨੂੰ, ਜਿਹੜੇ ਨੀਡੀ ਬੱਚੇ, ਨੀਡ ਬੇਸਡ ਗ੍ਰਾਂਟਸ ਉਹਨਾਂ ਨੂੰ ਕਹਿੰਦੇ ਹੈ। ਪਹਿਲਾਂ ਉਹ ਹੁੰਦੀਆਂ ਸੀਗੀਆਂ ਕਿ ਸਟੂਡੈਂਟਸ ਯੂਜ਼ ਟੂ ਗੈਟ ਇਟ, ਪਰ ਜਿਹੜੀ ਪਿਛਲੀ ਸਰਕਾਰ, ਲਿਬਰਲ ਸਰਕਾਰ ਨੇ ਉਹਨਾਂ ਨੂੰ ਐਲੀਮੀਨੇਟ ਕਰਤਾ ਸੀਗਾ। ਸੋ ਦੇयर ਵਾਸ ਅ ਬਿਗ advocacy from the student groups from all the post secondary institutions ਕਿ ਇਹਨੂੰ ਲਾਗੂ ਕੀਤਾ ਜਾਵੇ, ਤੇ ਸਾਡੀ ਮਿਨਿਸਟਰ ਆਫ ਐਡਵਾਂਸ ਐਜੂਕੇਸ਼ਨ ਨੇ ਉਹਨੂੰ ਲਾਗੂ ਕੀਤਾ। ਅੱਜ ਜਿਹੜੀ ਅਨਾਉਂਸਮੈਂਟ ਹੋਈ ਹੈ ਕਿ ਉਹ ਜਿਹੜੀ ਕਿਉਂਕਿ ਨੀਡ ਬੇਸਡ ਗ੍ਰਾਂਟ ਉਹਨੂੰ ਹੋਰ ਵੀ ਐਕਸਪੈਂਡ ਕੀਤਾ ਜਾਏਗਾ, ਕਿਉਂਕਿ ਜਿਹੜਾ ਬੱਚਿਆਂ ਦਾ ਦਾਇਰਾ ਹੈ, ਉਹ ਸਟੂਡੈਂਟਸ ਦਾ ਦਾਇਰਾ ਹੋਰ ਵੀ ਵੱਧ ਜਾਏਗਾ who will be able to access those grants। ਅੱਜ ਜਿਹੜੀ ਹੋਰ ਇੰਪੋਰਟੈਂਟ ਅਨਾਉਂਸਮੈਂਟ ਹੋਈ ਹੈ ਉਹ ਹੈਗੀ 2000 ਜਿਹੜੀਆਂ ਟੈਕ ਦੀਆਂ ਸੀਟਾਂ, ਟੈਕਨੋਲੋਜੀ ਵਿੱਚ ਜਿਹੜੀਆਂ ਪੂਰੇ ਪੋਸਟ ਸੈਕੰਡਰੀ ਆਲ ਓਵਰ BC, ਉਹਦੇ 'ਚ ਅਸੀਂ ਪਹਿਲਾਂ ਵੀ 4000 ਪਹਿਲਾਂ ਵੀ ਕੀਤੀਆਂ ਸੀਗੀਆਂ, ਹੁਣ 2000 ਹੋਰ ਦਾ ਵਾਧਾ ਕੀਤਾ। ਆਈ ਥਿੰਕ ਦਿਸ ਇਜ਼ ਵੈਰੀ ਇੰਪੋਰਟੈਂਟ। ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਐਜੂਕੇਸ਼ਨ ਐਕਸੈਸ ਕਰਨ, ਉਹਨਾਂ ਨੂੰ ਸੀਟਾਂ ਮਿਲਣ BC ਦੇ ਸਕੂਲਾਂ ਦੇ ਵਿੱਚ ਹੀ। ਐਂਡ ਆਈ ਥਿੰਕ ਦਿਸ ਇਜ਼ ਗ੍ਰੇਟ ਵੇ ਫॉर ਆਵਰ ਸਟੂਡੈਂਟਸ। ਆਈ ਥਿੰਕ ਬਹੁਤ ਵੱਡੀ ਅਨਾਉਂਸਮੈਂਟ। ਇਹਦੇ ਬਾਰੇ ਡਿਟੇਲਸ ਜ਼ਿਆਦਾ ਸਾਡੇ ਪਲੇਟਫਾਰਮ ਜਿਹੜਾ ਅਗਲੇ ਹਫ਼ਤੇ ਆਉਣ ਵਾਲਾ ਹੈ ਉਹਦੇ 'ਚ ਆਉਣਗੀਆਂ। ਬਿਲਕੁਲ। ਤੇ ਨਾਲ ਸਕੂਲਾਂ ਦੀ ਜਦੋਂ ਗੱਲ ਹੋ ਰਹੀ ਹੈ, ਕਾਲਜਸ ਦੀ ਗੱਲ ਹੋ ਰਹੀ ਹੈ, ਤਾਂ ਸਕੂਲਾਂ ਦੇ ਵਿੱਚ ਪੋਰਟੇਬਲਸ ਹਮੇਸ਼ਾ ਸਾਹਮਣੇ ਆਉਂਦੇ ਨੇ ਕਿ ਬੱਚੇ ਜਿਹੜੇ ਰੋਜ਼ ਪੋਰਟੇਬਲਸ ਪੜ੍ਹਦੇ ਨੇ ਉਹਨਾਂ ਦੀ ਮੈਂਟਲ ਹੈਲਥ ਤੇ ਵੀ ਅਸਰ ਪੈਂਦਾ ਹੈਗਾ। ਉਹਨਾਂ ਨੂੰ ਇਹ ਵੀ ਲੱਗਦਾ ਕਿ ਅਸੀਂ ਐਕਸਕਲੂਡ ਹੈਗੇ ਆ ਦੂਜੇ ਬੱਚਿਆਂ ਦੇ ਨਾਲੋਂ। ਉਹਨਾਂ ਦੀ ਗਿਣਤੀ ਕਿਉਂ ਨਹੀਂ ਘਟ ਰਹੀ? ਕਿਉਂ ਉਹ ਹਮੇਸ਼ਾ ਵੱਧਦੇ ਹੀ ਜਾ ਰਹੇ ਨੇ? I'm very glad you asked that question because this is very important. ਜਿਹੜੀ ਪੋਰਟੇਬਲਸ ਦੀ ਗੱਲ ਬਹੁਤ ਜ਼ਿਆਦਾ ਚਰਚਾ ਹੁੰਦੀ ਹੈ ਔਰ ਬਹੁਤ ਜ਼ਿਆਦਾ ਮਿਸਕਨਸੈਪਸ਼ਨਸ ਕ੍ਰੀਏਟ ਕੀਤੇ ਜਾਂਦੇ ਉਹਦੇ ਬਾਰੇ ਵਿੱਚ। ਵੈਨ ਵੀ ਵਰ ਰਨਿੰਗ ਲਾਸਟ ਟਾਈਮ ਐਂਡ ਔਰ ਇੱਕ ਸਭ ਤੋਂ ਪਹਿਲਾਂ ਮੈਂ ਉਹਦੇ ਤੋਂ ਵੀ ਪਹਿਲਾਂ ਜਾਣਾ ਚਾਹੂੰਗੀ ਕਿ ਜਿਹੜੀ ਸਰੀ ਹੈ ਸਭ ਤੋਂ ਫਾਸਟੈਸਟ ਗਰੋਇੰਗ ਕਮਿਊਨਿਟੀ ਹੈਗੀ ਹੈ। ਸਾਡੇ ਕੋਲ 1000 ਦੇ ਕਰੀਬ ਲੋਕੀ ਸਰੀ ਨੂੰ ਆਪਣਾ ਘਰ ਬਣਾਉਂਦੇ ਐਵਰੀ ਮੰਥ, ਔਰ ਹੈ ਕਿ ਯੰਗਰ ਫੈਮਲੀਜ਼ ਜ਼ਿਆਦਾ ਜੇ ਤੁਸੀਂ ਦੇਖੋਗੇ ਉਹ ਸਰੀ ਵਿੱਚ ਮੂਵ ਹੋ ਰਹੀਆਂ ਹੈਗੀਆਂ। ਐਂਡ ਓਬਵੀਅਸਲੀ ਦ ਨੀਡ ਫॉर ਮੋਰ ਸਕੂਲਸ, ਮੋਰ ਸਪੇਸਿਸ ਇਨ ਦ ਸਕੂਲ। ਜਿਹੜੀ ਪਿਛਲੀ ਸਰਕਾਰ ਸੀਗੀ ਉਹਨਾਂ ਨੇ ਬਿਲਕੁਲ ਵੀ ਇਨਵੈਸਟਮੈਂਟ ਨਹੀਂ ਕੀਤੀ ਸਕੂਲਾਂ ਦੇ ਵਿੱਚ। ਇਨਫੈਕਟ ਦੇ ਕੈਪਟ ਔਨ ਫਾਈਟਿੰਗ ਵਿਦ ਦ ਟੀਚਰਸ ਰਾਦਰ ਦੈਨ ਇਨਵੈਸਟਿੰਗ ਇਨ ਦ ਆਵਰ ਸਕੂਲ ਸਿਸਟਮ। ਉਹਨਾਂ ਦੀ ਲੜਾਈ ਚੱਲ ਰਹੀ ਸੀਗੀ ਟੀਚਰਸ ਯੂਨੀਅਨ ਦੇ ਨਾਲ। ਤੇ ਅਸੀਂ ਜਦੋਂ ਆਏ ਵੀ ਮੇਡ ਅ ਹਿਸਟੋਰਿਕ ਇਨਵੈਸਟਮੈਂਟ ਇਨ ਦੀ ਐਜੂਕੇਸ਼ਨ ਸਿਸਟਮ। ਅਸੀਂ ਜਿਹੜੇ 18 ਨਵੇਂ ਸਕੂਲ ਪ੍ਰੋਜੈਕਟਸ ਅਨਾਉਂਸ ਕੀਤੇ ਜਿਹੜੇ ਆਲਰੇਡੀ ਇਨ ਪ੍ਰੋਸੈਸ ਹੈਗੇ। ਕਈ ਤਿਆਰ ਹੋ ਚੁੱਕੇ ਹੈ ਸਕੂਲਸ, ਕਿਉਂਕਿ ਸਕੂਲ ਬਣਨ ਨੂੰ ਵੀ ਟਾਈਮ ਲੱਗਦਾ ਹੈਗਾ। ਤੇ ਸਮ ਆਫ ਦ ਸਕੂਲਸ ਆਰ ਰੈਡੀ ਟੂ ਗੋ। ਉਹਦੇ ਨਾਲ ਅਸੀਂ ਜਿਹੜੀ 8900 ਸੀਟਸ ਦਾ ਵਾਧਾ ਕੀਤਾ, ਮਤਲਬ ਕਿ ਜਿਹੜੇ ਹੋਰ ਬੱਚੇ ਆ ਸਕਣਗੇ। ਸੋ ਵੀ ਵਰ ਕੈਚਿੰਗ ਅਪ, ਲਾਈਕ ਜਿਹੜਾ ਇੰਨਾ ਪਿੱਛੇ ਗੈਪ ਪੈ ਚੁੱਕਾ ਸੀਗਾ। ਅਸੀਂ ਉਹ ਜਿਹੜੇ ਪੋਰਟੇਬਲਸ ਜਿਹੜੇ ਅਸੀਂ ਜਦ ਐਕਵਾਇਰ ਕੀਤੇ ਸੀ ਉਹ ਤਾਂ ਅਸੀਂ ਰਿਮੂਵ ਕਰ ਸਕੇ, ਮਤਲਬ ਕਿ ਨਵੀਂ ਐਡੀਸ਼ਨਸ ਕਰਕੇ। ਪਰ ਇਹ ਕਿ ਜਿਹੜੇ ਰੋਜ਼ ਜਿਹੜੀ ਗਰੋਥ ਹੋ ਰਹੀ ਹੈ ਉਹਦੇ ਨਾਲ ਅਸੀਂ ਜਦ ਕੈਚ ਅਪ ਕਰ ਰਹੇ ਹਾਂ ਉਹਨੂੰ ਟਾਈਮ ਲੱਗ ਰਿਹਾ ਹੈਗਾ। ਜਿਹੜਾ ਵੀ ਕੈਪੀਟਲ ਪ੍ਰੋਜੈਕਟ ਹੈ ਸਕੂਲ ਦਾ ਉਹਨੂੰ ਬਣਨ ਵਿੱਚ 2 ਜਾਂ 3 ਸਾਲ ਲੱਗਦੇ ਹੈਗੇ। ਸੋ ਦੈਟ ਇਜ਼ ਟੇਕਿੰਗ ਟਾਈਮ, ਬਟ ਦਿਸ ਇਜ਼ ਆਵਰ ਪ੍ਰਾਇੋਰਿਟੀ। ਅਸੀਂ ਜਾਣਦੇ ਹਾਂ ਕਿ ਬੱਚਿਆਂ ਨੂੰ ਐਜੂਕੇਸ਼ਨ, ਜਿਵੇਂ ਮੈਂ ਪਹਿਲਾਂ ਕਿਹਾ ਕਿ ਬੱਚਿਆਂ ਨੂੰ ਐਜੂਕੇਸ਼ਨ ਮਿਲਣੀ ਉਹਨਾਂ ਦਾ ਜਮਹੂਰੀਅਤ ਹੱਕ ਹੈਗਾ। ਔਰ ਮੇਰੇ ਤਾਂ ਆਪਣੇ ਬੱਚੇ ਜਿਨ੍ਹਾਂ ਨੇ ਪਬਲਿਕ ਸਕੂਲ ਸਿਸਟਮ ਵਿੱਚ ਪੜ੍ਹਾਈ ਕੀਤੀ ਹੈ, ਇੱਕ ਆਲਰੇਡੀ ਪਬਲਿਕ ਸਕੂਲ ਸਿਸਟਮ 'ਚ ਹੈ ਛੋਟੀ ਬੱਚੀ। ਤੇ ਮੇਰੇ ਲਈ ਤਾਂ ਆਈ ਥਿੰਕ ਦਿਸ ਇਜ਼, ਆਈ ਐਮ ਵੈਰੀ ਵੈਰੀ ਪੈਸ਼ਨੇਟ ਅਬਾਊਟ ਇਟ ਐਂਡ ਵੀ ਹੈਵ ਐਡਵੋਕੇਟਡ ਸੋ ਮਚ। ਐਂਡ
ਅਸੀਂ ਜੋ 3 ਸਾਲਾਂ ਵਿੱਚ ਕੀਤਾ ਹੈਗਾ, ਆਈ ਵਿਸ਼ ਕਿ ਜਿਹੜੀ ਪਿਛਲੀ ਸਰਕਾਰ ਨੇ ਇੰਨਾ ਕੀਤਾ ਹੁੰਦਾ ਤੇ ਉਸ ਤੋਂ ਅੱਧਾ ਵੀ ਜੇ ਕੀਤਾ ਹੁੰਦਾ ਤੇ ਅੱਜ ਸਾਡੇ ਕੋਲ ਇਹ ਸਮੱਸਿਆ ਨਹੀਂ ਸੀ। ਰਚਨਾ ਜੀ, ਤੁਸੀਂ ਦੱਸਿਆ ਕਿ ਬਹੁਤ ਸਾਰੀਆਂ ਅਨਾਉਂਸਮੈਂਟਸ ਜਿਹੜੀਆਂ ਐਨਡੀਪੀ ਦੇ ਵੱਲੋਂ ਹੁਣ ਵੀ ਹੋ ਰਹੀਆਂ, ਹੁਣ ਤਾਂ ਇਲੈਕਸ਼ਨ ਕਰਕੇ ਜਿਹੜੇ ਪਲੇਟਫਾਰਮ ਰਿਲੀਜ਼ ਕੀਤਾ ਜਾ ਰਿਹਾ, ਪਰ ਉਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਅਨਾਉਂਸਮੈਂਟਸ ਅਸੀਂ ਸੁਣਦੇ ਆ, ਚਾਹੇ ਉਹ ਹੈਲਥ ਕੇਅਰ ਨੂੰ ਲੈ ਕੇ ਹੈਗਾ ਆ, ਚਾਹੇ ਉਹ ਐਜੂਕੇਸ਼ਨ ਨੂੰ ਲੈ ਕੇ ਹੈਗਾ, ਵੱਖ-ਵੱਖ ਜਿਹੜੀਆਂ ਅਨਾਉਂਸਮੈਂਟਸ ਸਾਹਮਣੇ ਆਉਂਦੀਆਂ ਨੇ। ਪਰ ਇਹ ਅਨਾਉਂਸਮੈਂਟਸ ਵਾਸਤੇ ਨਾ ਡਿਲੇ ਕਿਉਂ ਲੱਗਦਾ ਰਿਹਾ? ਚਾਹੇ ਅਸੀਂ ਸਰੀ ਦੇ ਹਸਪੀਟਲ ਦੀ ਗੱਲ ਕਰ ਲਈਏ, ਹਸਪੀਟਲ ਦੀ ਅਨਾਉਂਸਮੈਂਟ ਹੋਏ ਨੂੰ ਕਿੰਨਾ ਟਾਈਮ ਹੋ ਗਿਆ, ਪਰ ਅਜੇ ਤੱਕ ਉਹਦਾ ਕੁਝ ਨਹੀਂ ਪਤਾ ਕਿ ਕਦੋਂ ਉਹ ਬਣਨਾ, ਕਦੋਂ ਨਹੀਂ ਬਣਨਾ ਹੈਗਾ ਆ। ਹੁਣ ਸਕੂਲਸ ਦੀ ਅਨਾਉਂਸਮੈਂਟ ਹੋਈ ਹੈ, ਜੋ ਤੁਸੀਂ ਆਪ ਹੀ ਕਿਹਾ ਕਿ 3 ਸਾਲ ਲੱਗਦੇ ਹੈਗੇ ਆ, ਪਰ ਉਹ ਸਕੂਲਸ ਜਿਹੜੇ ਨੇ ਐਕਸਪੈਂਸ਼ਨਸ ਹੋ ਰਹੀਆਂ, ਬਹੁਤ ਥੋੜੀਆਂ ਹੋ ਰਹੀਆਂ ਨੇ, ਪਰ ਜਿਹੜੀਆਂ ਪੋਰਟੇਬਲਸ ਆ ਉਹ ਘਟ ਨਹੀਂ ਰਹੇ ਹੈਗੇ। ਸੋ ਇਹ ਕਦੋਂ ਤੱਕ ਜਿਹੜਾ ਕਹਿ ਸਕਦੇ ਹਾਂ ਕਿ ਕੰਮ ਫਿਨਿਸ਼ ਹੋਣ ਵਾਲਾ ਹੈ? ਕਦੋਂ ਸਾਨੂੰ ਲੱਗੂਗਾ ਕਿ ਸਕੂਲਾਂ ਦੇ ਵਿੱਚ ਪੋਰਟੇਬਲਸ ਖਤਮ ਹੋ ਗਿਆ, ਸਰੀ ਨੂੰ ਇੱਕ ਹਸਪੀਟਲ ਮਿਲ ਗਿਆ ਹੈਗਾ, ਕਿ ਇੱਕ ਸਿਰਫ ਸਟੇਟਮੈਂਟਸ ਹੀ ਰਹਿ ਜਾਣਗੇ? No, nothing will be statement. And as I said with the education, yes, like the capital projects, they take time. और पर है कि the process is going on. अजे कई स्कूल मैं जानती हाँ कि 4 स्कूल ऑलरेडी बन के तैयार होए, ਜਿਹਦੇ ਵਿੱਚ ਸਾਡੇ ਬੱਚੇ ਜਾ ਰਹੇ ਹੈਗੇ ਆ, ਜਿਹੜੇ ਸਾਈਜ਼ਮਿਕ ਅਪਗ੍ਰੇਡਸ ਹੋਏ ਹੈਗੇ ਆ, ਹੋਰ ਐਡੀਸ਼ਨਸ ਕੀਤੀਆਂ ਗਈਆਂ ਜਿੱਥੇ ਕਰ ਰਹੇ ਹੈਗੇ, ਪਰ ਆਲ ਦਿਸ ਥਿੰਗਸ ਲਾਈਕ ਜਿਹੜਾ ਵੀ ਇਨਫਰਾਸਟ੍ਰਕਚਰ ਜਦ ਅਸੀਂ ਚੇਂਜਸ ਲੈ ਕੇ ਆ ਰਹੇ ਹਾਂ, ਦੇ ਟੇਕ ਸਮ ਟਾਈਮ। ਜਿਹੜੇ ਤੁਸੀਂ ਹਸਪੀਟਲ ਦੀ ਗੱਲ ਕੀਤੀ ਹੈਗੀ ਹੈ, ਔਰ ਆਈ ਥਿੰਕ ਇਟ ਇਜ਼ ਵੈਰੀ ਇੰਪੋਰਟੈਂਟ ਫॉर ਪੀਪਲ ਆਫ ਸਰੀ ਕਿ ਇੱਕ ਹਸਪੀਟਲ ਦੀ ਲੋੜ ਹੈਗੀ ਹੈ ਸਾਨੂੰ, ਔਰ ਹਸਪੀਟਲ ਦੀ ਲੋੜ ਜਿਹੜੀ ਅਸੀਂ ਪ੍ਰੋਸੈਸ ਸ਼ੁਰੂ ਕੀਤਾ ਹੈ, ਪ੍ਰੋਸੈਸ ਬਹੁਤ ਦੇਰ ਪਹਿਲਾਂ ਸ਼ੁਰੂ ਹੋ ਜਾਣਾ ਚਾਹੀਦਾ ਸੀਗਾ। ਔਰ ਇਹੀ ਹੈ ਕਿ ਜਿਹੜੀ ਪਹਿਲਾਂ ਐਨਡੀਪੀ ਦੀ ਸਰਕਾਰ ਸੀ ਜਦੋਂ 90s ਵਿੱਚ, ਵੀ ਹੈਡ ਆਲਰੇਡੀ ਬੌਟ ਦਾ ਹਸਪੀਟਲ ਲੈਂਡ ਉਸ ਟਾਈਮ ਦੇ ਉੱਤੇ, ਕਿਉਂਕਿ ਅਸੀਂ ਜਾਣਦੇ ਸੀਗੇ ਕਿ ਜਿਹੜੀ ਸਰੀ ਦੀ ਜਿਹੜੀ ਵਸੋਂ ਹੈ ਬਹੁਤ ਜ਼ਿਆਦਾ ਵਧਣ ਵਾਲੀ ਹੈ। ਸਰੀ ਮੈਮੋਰੀਅਲ ਹਸਪੀਟਲ ਉਹਨੂੰ ਨਹੀਂ ਕਾਬੂ ਕਰ ਪਾਏਗਾ, ਉਹ ਦੇ won't be in a position to cater to that whole population. So they bought the previous NDP government bought the land, ਜਿਹੜੀ ਕਿ ਹਾਈਵੇ 10 ਦੇ ਕੋਲ ਸੀਗੀ, ਪਰ ਜਦੋਂ ਇਹ ਲਿਬਰਲ ਸਰਕਾਰ ਆਏ, ਉਹਨਾਂ ਨੇ ਉਹੀ ਜ਼ਮੀਨ ਜਿਹੜੀ ਤਿਆਰ ਸੀਗੀ ਔਰ which was ready to go, ਉਹਨਾਂ ਨੇ ਉਹ ਜ਼ਮੀਨ ਬਹੁਤ ਹੀ ਥਰੋਅਵੇ ਪ੍ਰਾਈਸਿਸ ਦੇ ਉੱਤੇ ਵੇਚ ਦਿੱਤੀ। ਔਰ ਜਿਹੜੇ ਹੁਣ ਇਸ ਵੇਲੇ ਪ੍ਰੈਜ਼ੈਂਟ ਲੀਡਰ ਹੈਗੇ ਐਂਡਰੂ ਵਿਲਕਨਸਨ ਨੇ, ਇਹਨਾਂ ਨੇ ਹੀ ਵੇਚੀ ਉਹ ਜ਼ਮੀਨ। ਐਂਡ ਵੈਨ ਵੀ ਕੇਮ ਵੀ ਮੇਡ ਦਾ ਕਮਿਟਮੈਂਟ ਫॉर ਹਸਪੀਟਲ, ਕਿਉਂਕਿ ਹਸਪੀਟਲ ਦੀ ਨੀਡ ਕਦੀ ਵੀ ਗਈ ਨਹੀਂ ਸੀਗੀ। ਪਰ ਇੱਕ ਐਬਸਫੋਰਡ ਦੇ ਵਿੱਚ ਵੀ ਅਨਾਉਂਸ ਕੀਤਾ ਗਿਆ ਸੀ ਹਸਪੀਟਲ ਐਨਡੀਪੀ ਦੇ ਵੱਲੋਂ, ਉਹ ਵੀ ਨਹੀਂ ਬਣਿਆ ਕਿਤੇ। ਜੀ ਮੈਂ ਤਾਂ ਸਰੀ ਬਾਰੇ ਆਈ ਵਿਲ ਫੋਕਸ ਔਨ ਸਰੀ ਬਿਕੋਜ਼ ਦਿਸ ਇਜ਼ ਵਟ ਆਈ ਵਿਲ ਟਾਕ ਅਬਾਊਟ ਮੋਰ। ਤੇ ਸਰੀ ਦਾ ਹਸਪੀਟਲ ਦ ਮੂਮੈਂਟ ਵੀ ਕੇਮ ਵੀ ਆਸਕ ਫॉर ਅ ਕਨਸੈਪਟ ਪਲਾਨ, ਉਹਦੀ ਪੂਰੀ ਰਿਸਰਚ ਹੋਈ, ਕਨਸੈਪਟ ਪਲਾਨ ਅਪਰੂਵ ਹੋਈ, ਉਸ ਤੋਂ ਬਾਅਦ ਬਿਜ਼ਨਸ ਪਲਾਨਸ ਚੱਲ ਰਹੀ ਹੈ। ਸੋ ਥੀਸ ਆਰ ਦ ਸਟੈਪਸ ਦੈਟ ਹੈਵ ਟੂ ਬੀ ਟੇਕਨ। ਹਸਪੀਟਲ ਜਿਹੜਾ ਹੈਗਾ ਉਹ ਸਰੀ ਦੇ ਵਿੱਚ ਲੈਂਡ ਅਕਵਾਇਰ ਕੀਤੀ ਗਈ ਹੈ, ਉਹ ਉੱਥੇ ਅਸੀਂ ਪਿਛਲੇ ਸਾਲ ਵੱਡੀ ਅਨਾਉਂਸਮੈਂਟ ਵੀ ਕੀਤੀ, ਐਂਡ ਇਟ ਵਾਸ ਨਾਟ ਜਸਟ ਫॉर ਅ ਸ਼ੋ, ਇਟ ਇਜ਼ ਲਾਈਕ ਇਟ ਇਜ਼ ਗੋਇੰਗ ਟੂ ਬੀ ਅ ਰਿਐਲਿਟੀ। ਪਰ ਜਿਹੜੇ ਉਹ ਪ੍ਰੋਸੈਸ ਤੋਂ ਨਿਕਲਣਾ ਹੈਗਾ ਉਹ ਉਹਦੇ ਵਿੱਚੋਂ ਨਿਕਲ ਰਿਹਾ। And once we have the mandate of the people, I can assure everybody, and मैं कल्ली नहीं, मेरे colleagues भी और Premier Horgan भी ये कहेंगे कि Surrey Hospital, people of Surrey deserve a hospital and they will get that hospital. ਬਿਲਕੁਲ। ਇੱਕ ਸ਼ਿਕਾਇਤਾਂ ਹੈਗੀਆਂ ਨੇ ਲੋਕਾਂ ਦੀਆਂ ਕਿ ਵੈਨਕੂਵਰ ਦਾ ਹਸਪੀਟਲ ਛੇਤੀ ਬਣਨ ਲੱਗ ਗਿਆ ਤੇ ਸਰੀ 'ਚ ਨਹੀਂ ਬਣਨ ਲੱਗ ਗਿਆ। नहीं जी, बिल्कुल ਇਹ ਵੀ ਬਣ ਰਿਹਾ ਹੈ। ਇਟ ਇਜ਼ ਜਸਟ ਦਾ ਪ੍ਰੋਸੈਸ ਟਾਈਮ, ਔਰ ਇਹ ਪ੍ਰੋਸੈਸ ਟਾਈਮ ਬਿਲਕੁਲ ਕੋਈ ਡਿਫਰੈਂਟ ਨਹੀਂ ਹੈਗਾ ਕਿ ਕਿਸੇ ਹੋਰ ਪ੍ਰੋਸੈਸ ਤੋਂ। ਇਟ ਇਜ਼ ਜਸਟ ਦਾ ਪ੍ਰੋਸੈਸ, ਪਰ ਹੈ ਕਿ ਅਸੀਂ ਜੇ if we want to make it a political issue, then we will go back and forth like why this is taking more time, but this is just a general process. Our commitment is there. We are ਸਾਡੇ ਲਈ ਪ੍ਰਾਇੋਰਟੀ ਹੈ ਟੂ ਹੈਵ ਦ ਸੈਕੰਡ ਹਸਪੀਟਲ ਇਨ ਸਰੀ। ਸਰੀ ਦੇ ਵਿੱਚ ਬਹੁਤ ਸਾਰੀਆਂ, ਜਿਵੇਂ ਤੁਸੀਂ ਆਪ ਹੀ ਕਿਹਾ ਕਿ ਫਾਸਟੈਸਟ ਗਰੋਇੰਗ ਸਿਟੀ ਹੈਗੀ ਹੈ ਪੂਰੇ ਕੈਨੇਡਾ ਦੇ ਵਿੱਚ। ਜੇ ਅਸੀਂ ਦੇਖੀਏ ਤਾਂ ਸਰੀ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਰਹੇ ਹੈਗੇ ਨੇ, ਰਹਿ ਰਹੇ ਹੈਗੇ ਨੇ, ਇਕਨੋਮੀ ਦੇ ਵਿੱਚ ਆਪਣਾ ਜਿਹੜਾ ਹਿੱਸਾ ਪਾ ਰਹੇ ਨੇ, ਤੇ ਹਾਊਸਿੰਗ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਇੱਕ ਸਮੱਸਿਆ ਬਣੀ ਹੋਈ ਹੈ। ਹਾਊਸਿੰਗ ਦੇ ਬਾਰੇ ਵੀ ਅਨਾਉਂਸਮੈਂਟ ਹੋਈ ਹੈ ਕੋਈ? ਜੀ ਹਾਊਸਿੰਗ ਬਾਰੇ ਤਾਂ ਅਸੀਂ ਜਦ ਤੋਂ ਆਏ ਹਾਂ, ਹਾਊਸਿੰਗ ਜਦ ਮੈਂ ਤਾਂ ਆਪਣੇ ਜਦ ਕਮਿਊਨਿਟੀ ਵਿੱਚ ਵਿਚਰਦੀ ਸੀਗੀ, ਹਾਊਸਿੰਗ ਦਾ ਤਾਂ ਬਹੁਤ ਵੱਡਾ ਇਸ਼ੂ ਆ ਰਿਹਾ ਸੀਗਾ ਕਿ ਹਾਊਸਿੰਗ ਵਾਸ ਬਿਕਮਿੰਗ more and more unaffordable. ਅਸੀਂ ਜਾਣਦੇ ਹਾਂ ਕਿ ਪਿਛਲੇ 16 ਸਾਲ ਵਿੱਚ ਜਿਹੜੇ ਪ੍ਰਾਈਸਿਸ ਵਧੇ ਹੈ, ਮਤਲਬ ਕਿ ਉਹਦੀ ਕੋਈ ਲਿਮਿਟ ਹੀ ਨਹੀਂ ਸੀਗੀ ਕਿ ਤੁਸੀਂ ਅੱਜ ਇੱਕ ਘਰ ਨੂੰ ਹੱਥ ਲਾਉਂਦੇ ਸੀਗੇ, ਥੋੜੀ ਦੇਰ ਬਾਅਦ ਦੇਖਦੇ ਸੀਗੇ ਉਹਦਾ ਪ੍ਰਾਈਸ ਕਿਵੇਂ ਵੱਧ ਗਿਆ ਹੈਗਾ। ਸੋ ਜਿਹੜਾ ਇੱਕ ਐਵਰੇਜ ਵਰਕਿੰਗ ਫੈਮਿਲੀ ਹੈ, ਉਹਦੇ ਲਈ ਜਿਹੜਾ ਹਾਊਸਿੰਗ ਦਾ ਜਿਹੜਾ ਇੱਕ ਡ੍ਰੀਮ ਹੈ, ਉਹਨਾਂ ਨੂੰ ਲੱਗਦਾ ਸੀ ਕਿ ਹੋਰ ਦੂਰ ਹੋਈ ਜਾ ਰਿਹਾ। ਵੀ ਕੇਮ ਐਂਡ ਸੇਮ ਥਿੰਗ ਕਿ ਜਿਹੜਾ ਉਹਨਾਂ ਨੇ ਪਿੱਛੇ ਜਿਹੜਾ ਇੰਨਾ ਬੈਕਲੌਗ ਸੀਗਾ, ਅਸੀਂ ਉਹਦੇ ਤੇ ਵਰਕ ਕਰ ਰਹੇ ਸੀਗੇ। ਪਰ ਸਾਨੂੰ ਇੱਕ ਜਿਹੜੀ ਚੀਜ਼ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀ ਸੀ ਕਿ ਬਹੁਤ ਜ਼ਿਆਦਾ ਲੋਕੀ ਹਾਊਸਿੰਗ ਨਾਲ ਸਪੈਕੂਲੇਟ ਕਰਦੇ ਸੀ ਕਿ ਦੇ ਵੁੱਡ ਨਾਟ ਯੂਜ਼ ਹਾਊਸਿੰਗ, ਕਿ ਜਿਹੜੀ ਹਾਊਸਿੰਗ ਪਰਪਸਲੀ ਹੋਣਾ ਚਾਹੀਦਾ, ਜਿਹੜਾ ਅਸੀਂ ਰਹਿਣ ਲਈ ਲੈਂਦੇ ਹਾਂ। ਲੋਟ ਆਫ ਪੀਪਲ ਵਰ ਬਾਇੰਗ ਹਾਊਸਿੰਗ, ਉਹਨੂੰ ਸਪੈਕੂਲੇਟ ਕਰਕੇ ਉਹਨੂੰ ਫਲਿਪ ਕਰ ਦੇਣਾ ਜਾਂ ਕੁਝ ਕਰਨਾ। We were the ones who brought the speculation tax. ਤੇ ਉਹਦੇ ਵਿੱਚ ਹੈ ਕਿ ਅਸੀਂ ਜਾਣਦੇ ਹਾਂ ਕਿ 99% of the people don't pay that tax, ਪਰ ਉਹ ਜਿਹੜਾ 1% ਜਾਂ 2% ਜਿਹੜੇ ਲੋਕੀ
ਜਿਹੜੇ ਦੇ ਰਹੇ ਹੈਗੇ ਹੈ ਉਹਨਾਂ ਨੂੰ ਐਟਲੀਸਟ ਇਟਸ ਅ ਡੈਟਰੈਂਟ ਫॉर them ਕਿ ਜਿਹੜੀ ਹਾਊਸਿੰਗ ਦੀ ਸਪਲਾਈ ਹੈ ਉਹ ਜ਼ਿਆਦਾ ਹੋਵੇ ਤਾਂ ਕਿ ਲੋਕਾਂ ਦਾ ਐਕਸੈਸ ਉਸ ਹਾਊਸਿੰਗ ਵੱਲ ਜ਼ਿਆਦਾ ਹੋਵੇ ਸੋ these are the steps we were taking ਐਂਡ ਆਲਸੋ ਜਿਹੜੀ ਸੋਸ਼ਲ ਹਾਊਸਿੰਗ ਵਿੱਚ ਅਸੀਂ ਚਾਹੁੰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਸੋਸ਼ਲ ਹਾਊਸਿੰਗ ਬਣੇ ਕਿ ਜਿਹੜੇ ਲੋਕੀ ਨਹੀਂ ਅਫੋਰਡ ਕਰ ਸਕਦੇ ਆਪਣਾ ਘਰ ਲੈਣਾ ਉਹਨਾਂ ਕੋਲ ਸੋਸ਼ਲ ਹਾਊਸਿੰਗ ਦਾ ਐਕਸੈਸ ਹੋਵੇ ਬੇਸ਼ੱਕ ਉਹ ਸਾਡੇ ਸੀਨੀਅਰਸ ਹੈ ਸਾਡੇ ਯੂਥ ਹੈਗਾ ਜਾਂ ਜਿਹੜੇ ਮਾਰਜਨਲਾਈਜ਼ ਲੋਕੀ ਹੈ ਦੇ ਸ਼ੁੱਡ ਹੈਵ ਐਕਸੈਸ ਟੂ ਸੋਸ਼ਲ ਹਾਊਸਿੰਗ ਐਂਡ ਵੀ ਹੈਵ ਅਨਾਊਂਸਡ ਨੰਬਰ ਆਫ ਸੋਸ਼ਲ ਹਾਊਸਿੰਗ ਪ੍ਰੋਜੈਕਟਸ ਜਿਹੜੇ ਕਈ ਤਿਆਰ ਹੋ ਰਹੇ ਹੈ ਸਰੀ ਦੇ ਵਿੱਚ ਵੀ ਐਂਡ ਕਈ ਵਿਚ ਆਰ ਇਨ ਦ process of getting built but this is our I think this is housing ਵੀ ਹਰ ਬੰਦੇ ਦਾ ਰਾਈਟ ਹੈਗਾ ਉਹਨਾਂ ਨੂੰ ਉਹ ਰਾਈਟ ਮਿਲਣਾ ਚਾਹੀਦਾ ਤੇ ਸਾਡੀ ਗਵਰਨਮੈਂਟ ਦੀ ਪੂਰੀ ਕਮਿਟਮੈਂਟ ਹੈ ਟੂ ਪ੍ਰੋਵਾਈਡ ਪ੍ਰੋਪਰ ਹਾਊਸਿੰਗ ਹੋਮਲੈਸਨੈਸ ਵੀ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ ਹਾਊਸਿੰਗ ਜਿੱਥੇ ਇੱਕ ਪਾਸੇ ਤਾਂ ਬਹੁਤ ਮਹਿੰਗਾ ਹੋ ਰਿਹਾ ਹੈਗਾ ਆ ਲੋਕ ਜਿਹੜੇ ਸੜਕਾਂ ਤੇ ਰਹਿਣ ਵਾਲੇ ਟੈਂਟ ਸਿਟੀਜ਼ ਦੇ ਵਿੱਚ ਰਹਿਣ ਵਾਲੇ ਬਹੁਤ ਜ਼ਿਆਦਾ ਹੈਗੇ ਨੇ ਹੋਮਲੈਸਨੈਸ ਦੇ ਜਿਹੜੇ ਲੋਕ ਹੈਗੇ ਆ ਜਾਂ ਜਿਹੜੇ ਸੜਕਾਂ ਦੇ ਉੱਤੇ ਹੈਗੇ ਆ ਉਹਨਾਂ ਨੂੰ ਪ੍ਰੋਵਾਈਡ ਕਰਨ ਦੇ ਲਈ ਘਰ ਕੁਝ ਕੀਤਾ ਗਿਆ ਸਰਕਾਰ ਦੇ ਵੱਲੋਂ ਪਿਛਲੇ 3 ਸਾਲ ਜੀ ਬਿਲਕੁਲ ਔਰ ਵੈਰੀ ਗੁੱਡ ਕੁਐਸਚਨ ਤੁਸੀਂ ਜਾਣਦੇ ਹੋ ਕਿ ਕਈ ਵਾਰ ਅਸੀਂ ਜਦ ਹੋਮਲੈਸਨੈਸ ਦੀ ਗੱਲ ਕਰਦੇ ਸੀਗੇ ਜਾਂ ਟੈਂਟ ਸਿਟੀ ਦੀ ਗੱਲ ਕਰਦੇ ਸੀ ਅਸੀਂ ਸੋਚਦੇ ਸੀਗੇ ਜਸਟ ਦੀ ਡਾਊਨਟਾਊਨ ਈਸਟ ਸਾਈਡ ਵੈਨਕੂਵਰ ਡਾਊਨਟਾਊਨ ਈਸਟ ਸਾਈਡ ਪਰ ਲੋਕੀ ਇਹ ਨਹੀਂ ਜਾਣਦੇ ਸੀ ਕਿ ਹੋਮਲੈਸਨੈਸ ਦੀ ਜਿਹੜੀ ਬਹੁਤ ਵੱਡੀ ਸਮੱਸਿਆ ਸੀਗੀ ਸਰੀ ਦੇ ਵਿੱਚ ਵੀ ਸਪੈਸ਼ਲੀ ਜਿਹੜੀ 135 ਏ ਸਟਰੀਟ ਉਹ ਤਾਂ ਟੈਂਟ ਸਿਟੀ ਵਜੋਂ ਮਸ਼ਹੂਰ ਹੋਈ ਸੀ ਐਂਡ ਦੋਜ਼ ਵਰ ਦ ਪੀਪਲ ਹੂ ਵਰ ਲਿਵਿੰਗ ਇਨ ਦ ਟੈਂਟਸ ਦੇ ਹੈਡ ਲੋਟ ਆਫ ਸਿਰਫ ਉਹਨਾਂ ਦੀ ਹੋਮਲੈਸਨੈਸ ਨਹੀਂ ਸੀਗੀ ਉਹਨਾਂ ਦੇ ਹੋਰ ਵੀ ਕਈ ਬੈਰੀਅਰ ਸੀਗੇ ਜਿਵੇਂ ਮੈਂਟਲ ਹੈਲਥ ਇਸ਼ੂਜ਼ ਸੀਗੇ ਓਪੀਆਇਡ ਜਿਹੜਾ ਕ੍ਰਾਈਸਿਸ ਨਾਲ ਵੀ ਉਹ ਜੂਝ ਰਹੇ ਸੀਗੇ ਸੋ ਇਟ ਵਾਸ ਅ ਮਲਟੀ ਫੇਸੈਟਡ ਅਪਰੋਚ ਚਾਹੀਦੀ ਹੈ ਇੱਕ ਐਮਪੈਥੈਟਿਕ ਅਪਰੋਚ ਜਿਹੜੀ ਸਿਰਫ ਇੱਕੋ ਮਿਨਿਸਟਰੀ ਨਹੀਂ ਡੀਲ ਕਰ ਰਹੀ ਸੀਗੀ ਆਬਵੀਅਸਲੀ ਮਿਨਿਸਟਰੀ ਆਫ ਹਾਊਸਿੰਗ ਦਾ ਤਾਂ ਟਾਸਕ ਹੈਗਾ ਘਰ ਬਣਾਉਣਾ ਪਰ ਹੈ ਕਿ ਟੂ ਯੂਜ਼ ਅਦਰ ਮਿਨਿਸਟਰੀਜ਼ ਆਲਸੋ ਬ੍ਰਿੰਗ ਆਊਟ ਅ ਕੋਹੀਸਿਵ ਅਪਰੋਚ ਤੇ ਉਹਨਾਂ ਲਈ ਜਿਹੜੀ ਅਸੀਂ ਜਦ ਸੋਸ਼ਲ ਹਾਊਸਿੰਗ ਡਿਵੈਲਪ ਕੀਤੀ ਔਰ ਉਹਨਾਂ ਨੂੰ ਮੂਵ ਕੀਤਾ ਉਹ ਸੋਸ਼ਲ ਹਾਊਸਿੰਗ ਵਿੱਚ ਵਿਦ ਦੀ ਹੈਲਪ ਆਫ ਦੀ ਸਿਟੀ ਆਫ ਸਰੀ ਇਟਸ ਵਾਸ ਅ ਜੁਆਇੰਟ ਪ੍ਰੋਜੈਕਟ ਤੇ ਉਹਦੇ ਵਿੱਚ ਇਹ ਸੀਗਾ ਕਿ ਉਹਨਾਂ ਨੂੰ ਘਰ ਤਾਂ ਮਿਲਿਆ ਪਰ ਉਹਦੇ ਵਿੱਚ ਉਹਨਾਂ ਨੂੰ ਜਿਹੜੀ ਸੇਵਾਵਾਂ ਉਹ ਜਿਹੜੀ ਉਹਨਾਂ ਨੂੰ ਲੋੜ ਹੈ ਸੇਵਾ ਦੀ ਉਹਨਾਂ ਦੀ ਕਾਉਂਸਲਿੰਗ ਦੀ ਸੇਵਾ ਉਹਨਾਂ ਨੂੰ ਇੰਪਲੋਇਮੈਂਟ ਸਰਚ ਕਰਨ ਦੀ ਸੇਵਾ ਹੈਗੀ ਹੈ ਜਾਂ ਉਹਨਾਂ ਦੀ ਜਿਹੜੀ ਹਾਰਮ ਰਿਡਕਸ਼ਨ ਪ੍ਰੋਗਰਾਮਸ ਹੈ ਉਹ ਵੀ ਸਾਰੇ ਅਵੇਲੇਬਲ ਸੀਗੇ ਉੱਥੇ ਤੁਹਾਨੂੰ ਕਾਉਂਸਲਰਸ ਦੀ ਅਵੇਲੇਬਿਲਿਟੀ ਸੀਗੀ ਉਹਨਾਂ ਨੂੰ ਇੱਕ ਵਰਕ ਕਾਉਂਸਲਰਸ ਦੀ ਹਰ ਤਰ੍ਹਾਂ ਦੀ ਸੇਵਾ ਉੱਥੇ ਉਪਲਬਧ ਸੀਗੀ ਸੋ ਵੀ ਆਰ ਅਸੀਂ ਸੋਚਦੇ ਹਾਂ ਕਿ ਹਰ ਬੰਦੇ ਨੂੰ ਡਿਗਨਿਟੀ ਨਾਲ ਰਹਿਣ ਦਾ ਹੱਕ ਹੈ ਉਹ ਹੱਕਦਾਰ ਹੈਗਾ ਅਤੇ ਕੋਈ ਵੀ ਬੰਦਾ ਅਸੀਂ ਨਹੀਂ ਚਾਹੁੰਦੇ ਉਹ ਸੜਕ ਤੇ ਰਵੇ ਕੋਈ ਵੀ ਬੰਦਾ ਹੋਮਲੈਸ ਨਾ ਹੋਵੇ ਉਹਦੇ ਲਈ ਇੱਕ ਪ੍ਰੋਪਰ ਘਰ ਹੋਵੇ ਇੱਕ ਉਹਦੇ ਉੱਤੇ ਛੱਤ ਹੋਵੇ ਉਹਦੇ ਕੋਲ ਰਿਸੋਰਸਿਸ ਹੋਣ ਜੇ ਉਹਦੇ ਕੋਲ ਕੋਈ ਬੈਰੀਅਰਸ ਹੈ ਅਸੀਂ ਉਸ ਬੈਰੀਅਰਸ ਨੂੰ ਕਿਵੇਂ ਘਟਾ ਸਕੀਏ ਸੋ these are the approaches that our government has done and it is like it goes beyond different ministries all the ministries coming together and doing it ਪੁਲਿਸ ਜਿਹੜਾ ਕੰਪਲੇਂਟ ਪ੍ਰੋਸੈਸ ਹੈ ਤੁਸੀਂ ਉਸ ਚੇਅਰ ਦੇ ਉੱਤੇ ਹੈਗੇ ਹੋ ਤੇ ਨਾਲ ਹੁਣ ਹਾਲ ਹੀ ਦੇ ਵਿੱਚ ਜਦੋਂ ਮਿਊਨਿਸਪਲ ਦੇ ਵਿੱਚ ਜਦੋਂ ਹੁਣ ਟ੍ਰਾਂਜੀਸ਼ਨ ਹੋਣੀ ਹੈ ਤੇ ਉਹਦੇ ਲਈ ਜਿਹੜੀ ਕਮੇਟੀ ਸੀਗੀ ਉਹਨਾਂ ਦੇ ਵਿੱਚ ਚੇਅਰ ਨੂੰ ਜਿਹੜਾ ਚੀਫ ਨੂੰ ਜਿਹੜਾ ਅਨਾਉਂਸ ਕਰਨਾ ਸੀਗਾ ਸੋ 8 ਜਿਹੜੇ ਚੀਫ ਸੀਗੇ ਉਹ ਅਨਾਉਂਸ ਕੀਤੇ ਸੀ ਯੂ ਆਰ देयर ਤੇ ਉਹ ਹੈਗਾ ਤਾਂ ਮਿਊਨਿਸਪਲ ਦਾ ਇਸ਼ੂ ਹੈਗਾ ਕਿ ਉਹਨਾਂ ਨੇ ਆਰਸੀਐਮਪੀ ਦੀ ਥਾਂ ਤੇ ਚਾਹੇ ਦੂਜੀ ਪੁਲਿਸ ਲੈ ਕੇ ਆਉਣੀ ਹੈ ਜਾਂ ਸਰੀ ਦੀ ਆਪਣੀ ਪੁਲਿਸ ਹੋਣੀ ਚਾਹੀਦੀ ਹੈ ਬਟ ਜਦੋਂ ਅਸੀਂ ਪ੍ਰੀਮੀਅਰ ਤੋਂ ਪੁੱਛਿਆ ਸੀ ਤਾਂ ਪ੍ਰੀਮੀਅਰ ਨੇ ਕਿਹਾ ਸੀਗਾ ਕਿ ਇਹ ਉਹਨਾਂ ਨੇ ਅਨਾਉਂਸਮੈਂਟ ਚੇਂਜ ਵੀ ਕੀਤੀਆਂ ਸੀ ਉਦੋਂ ਬਾਅਦ ਹੁਣ ਇਹ ਜਿਹੜਾ ਇਸ਼ੂ ਹੈਗਾ ਸਰੀ ਦੇ ਵਿੱਚ ਇਹਨੂੰ ਤੁਸੀਂ ਕਿਸ ਤਰ੍ਹਾਂ ਐਡਰੈਸ ਕਰਦੇ ਹੋ ਇਹ ਸਰੀ ਦਾ ਇਸ਼ੂ ਹੈ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਰਹਿੰਦਾ ਹੈਗਾ ਅਬਾਊਟ ਦ ਸਰੀ ਸਿਟੀ ਪੁਲਿਸ ਐਂਡ one thing that I would like to reiterate and ਬਹੁਤ ਵਾਰ ਜਿਹੜੀ ਸਾਡੇ ਪ੍ਰੀਮੀਅਰ ਹੌਰਗਨ ਵੀ ਇੱਕ ਗੱਲ ਕਰ ਚੁੱਕੇ ਹੈ ਕਿ this was a decision that was taken by the city right this is not something that a provincial government came and they said oh let's change the RCMP and because we don't have any say in it this is a city issue ਅਸੀਂ ਸਾਡਾ ਜਿਹੜਾ ਪ੍ਰੋਵਿੰਸ ਦਾ ਕੰਮ ਹੁੰਦਾ ਹੈ ਕਿ ਉਹਨਾਂ ਨੇ ਦੇਖ ਰੇਖ ਕਰਨੀ ਹੁੰਦੀ ਹੈ ਕਿ ਜਦ ਇਹ ਪ੍ਰੋਸੈਸ ਹੋ ਰਿਹਾ ਕਿ ਉਹ ਠੀਕ ਤਰ੍ਹਾਂ ਨਾਲ ਹੋ ਰਿਹਾ ਤੇ ਉਹਦੇ ਵਿੱਚ ਜਿਹੜੀਆਂ ਉਹਨਾਂ ਨੂੰ ਅਸਿਸਟ ਕੀਤਾ ਜਾਂਦਾ ਉਸ ਪ੍ਰੋਸੈਸ ਦੇ ਵਿੱਚ ਐਂਡ ਦੈਟਸ ਵਾਟ ਵੀ ਹੈਵ ਡਨ ਐਂਡ ਬਟ ਦਿਸ ਇਜ਼ ਅ ਸਿਟੀਜ਼ ਇਸ਼ੂ ਸਿਟੀਜ਼ ਡਿਸੀਜਨ ਵੀ ਰਿਸਪੈਕਟ ਦੈਟ ਡਿਸੀਜਨ ਔਰ ਸਾਨੂੰ ਲੱਗਦਾ ਕਿ ਇਹ ਜਦ ਸਿਟੀ ਨੇ ਡਿਸੀਜਨ ਲਿੱਤਾ ਤੇ ਉਹਨਾਂ ਨੇ ਜਿਹੜੇ ਸਿਟੀ ਦੀ ਜਿਹੜੀ ਕੋਈ ਮੰਗ ਹੋਏਗੀ ਕਿਉਂਕਿ ਦੇ ਲੁੱਕ ਐਟ ਦੈਟ ਕਿ ਉਹਨਾਂ ਨੂੰ ਲੱਗਦਾ ਸੀ ਕਿ ਇਹ ਟ੍ਰਾਂਜੀਸ਼ਨ ਦੀ ਲੋੜ ਹੈ ਐਂਡ ਵੀ ਰਿਸਪੈਕਟਡ ਦੈਟ ਐਂਡ ਵੀ ਆਰ ਡੂਇੰਗ ਦਾ ਪ੍ਰੋਸੈਸ ਜਿਹੜਾ ਵੀ ਉਹਦੇ ਕੰਪਲਾਇੰਟ ਜਿਵੇਂ ਉਹ ਪ੍ਰੋਸੈਸ ਨੂੰ ਕੰਪਲਾਈ ਕੀਤਾ ਜਾਂਦਾ ਸੀ ਉਹ ਕਰ ਰਹੇ ਹਾਂ ਮਿਨਿਸਟਰੀ ਆਫ ਸੋਲਿਸਿਟਰ ਜਨਰਲ ਉਹਨਾਂ ਦਾ ਸਟਾਫ ਪੂਰਾ ਇਨਵੋਲਵਡ ਹੈ ਇਹਦੇ ਵਿੱਚ ਟੂ ਅਸਿਸਟ ਦ ਸਿਟੀ
during this transition. ਬਿਕੋਜ਼ ਮੇਅਰ ਨੇ ਬਾਅਦ ਵਿੱਚ ਥੋੜੀ ਜਿਹੀ ਚੇਂਜਸ ਵੀ ਕਰਤੀ ਸੀ, ਪਰ ਉਹਨਾਂ ਨੇ ਕਿਹਾ ਸੀ ਕਿ ਜਦੋਂ ਅਸੀਂ ਕੰਮ ਕਰ ਰਹੇ ਹੈਗੇ ਸਕਾਈ ਟ੍ਰੇਨ ਸਟੇਸ਼ਨ ਦੀ ਗੱਲ ਕਰ ਰਹੇ ਹੈਗੇ ਕਿਉਂਕਿ ਉਹ ਵੀ ਹਜੇ ਨਹੀਂ ਬਣ ਰਿਹਾ, ਕਿਉਂਕਿ ਵੈਨਕੂਵਰ ਦੇ ਵਿੱਚ ਬਣਨ ਲੱਗ ਗਿਆ ਹੈਗਾ ਆ, ਸੋ ਪਰ ਸਾਨੂੰ ਜਿਹੜੀ ਫੰਡਿੰਗ ਜਿਹੜੀ ਆ ਉਹ ਨਹੀਂ ਦਿੱਤੀ ਜਾ ਰਹੀ ਹੈਗੀ, ਉਹਦੇ ਬਾਰੇ ਕੀ ਕਹਿਣਾ? ਜੀ ਬਿਲਕੁਲ, these are the things that changed with the last city ਜਾਂ ਸਿਟੀ ਦੀਆਂ ਜਦੋਂ ਇਲੈਕਸ਼ਨ ਹੋਈ, ਮਿਊਨਿਸਪਲ ਇਲੈਕਸ਼ਨ। ਤੁਸੀਂ ਜਾਣਦੇ ਹੋ ਕਿ ਜਦ ਮਿਊਨਿਸਪਲ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਸੀਗਾ there was a plan to build an LRT, ਉਹਦੇ ਲਈ ਸਾਰੀ ਪਲਾਨ ਤਿਆਰ ਹੋ ਚੁੱਕੀ ਸੀਗੀ, ਫੰਡਸ ਐਲੋਕੇਟ ਹੋ ਚੁੱਕੇ ਸੀਗੇ। when the new municipal government came, they did not want the LRT, they wanted the SkyTrain expansion, ਤੇ ਉਹਨਾਂ ਦੀ ਜਿਹੜਾ ਇਹ ਪ੍ਰੋਸੈਸ ਹੈ, we are committed to transit, ਇਹਦੇ ਬਾਰੇ ਕੋਈ ਸ਼ੱਕ ਨਹੀਂ ਹੈਗਾ whether that transit is in any form, ਪਰ ਹੈ ਕਿ ਜਸਟ ਬਿਕੋਜ਼ ਆਫ ਦੈਟ ਡਿਲੇ, ਕਿਉਂਕਿ ਉਹ ਡਿਸੀਜਨ ਜਿਹੜੇ ਚੇਂਜ ਹੋ ਰਹੇ ਸੀਗੇ, ਜਿਹੜਾ ਉਹ ਵਾਲਾ ਬ੍ਰੌਡਵੇ ਪ੍ਰੋਜੈਕਟ ਸੀਗਾ ਸਕਾਈ ਟ੍ਰੇਨ ਦਾ, ਉਹ ਪਹਿਲਾਂ ਤੋਂ ਅਨਾਉਂਸ ਹੋ ਚੁੱਕਿਆ ਸੀਗਾ, ਇਟ ਵਾਸ ਇਨ ਵਰਕਸ ਵੇ ਬਿਫੋਰ। ਇਹ ਵਾਲਾ ਜਿਹੜਾ ਪ੍ਰੋਜੈਕਟ ਹੈ, ਕਿਉਂਕਿ ਇਹ ਪਹਿਲਾਂ ਇਹਨੂੰ ਟਾਈਮ ਲੱਗਿਆ ਨਵਾਂ ਪ੍ਰੋਜੈਕਟ ਤਿਆਰ ਕਰਨ ਵਿੱਚ, ਸੋ ਦੈਟਸ ਵਾਈ ਦਿਸ ਇਜ਼, ਬਟ ਦ ਮਨੀ ਇਜ਼ ਦੇਅਰ, ਆਵਰ ਕਮਿਟਮੈਂਟ ਇਜ਼ ਦੇਅਰ, ਵੀ ਵਾਂਟ ਕਿ ਜਿਵੇਂ ਦੀ ਟ੍ਰਾਂਜ਼ਿਟ ਸਰੀ ਦੇ ਲੋਕੀ ਚਾਹੁੰਦੇ ਆ ਉਹਨਾਂ ਨੂੰ ਉਹ ਮਿਲੇ। ਸਰੀ ਗ੍ਰੀਨ ਟਿੰਬਰਸ ਦੀ ਰਚਨਾ ਦੀ ਗੱਲ ਕਰੀਏ ਤਾਂ ਤੁਸੀਂ ਉਹਨੂੰ ਰਿਪਰੈਜ਼ੈਂਟ ਕਰਦੇ ਹੈਗੇ, ਉੱਥੋਂ ਦੀ ਕਨਸਟੀਚੁਐਂਸੀ ਦੇ ਲੋਕਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਵਿਕਟੋਰੀਆ ਦੇ ਵਿੱਚ। ਹੁਣ ਉੱਥੇ 3 ਸਾਲਾਂ ਦੇ ਲਈ ਤੁਹਾਡੇ ਲਈ ਵੱਲੋਂ ਕੀ ਕੀਤਾ ਗਿਆ, ਤੇ ਅਗਲੀਆਂ ਕਿਹੜੀਆਂ ਕਮਿਟਮੈਂਟਸ ਹੋਣਗੀਆਂ ਜਿਸ ਦੇ ਆਧਾਰ ਤੇ ਤੁਸੀਂ ਇਹ ਇਲੈਕਸ਼ਨ ਲੜ ਰਹੇ ਹੋ? ਜੀ ਬਿਲਕੁਲ, ਜਦ ਮੈਂ ਆਪਣੀ ਕਮਿਊਨਿਟੀ ਦੀ ਗੱਲ ਕਰਾਂ ਤੇ ਬਹੁਤ ਜ਼ਿਆਦਾ ਮੇਰੀ ਜਿਹੜੀ ਕਮਿਊਨਿਟੀ ਹੈ ਬਹੁਤ ਹਾਰਡ ਵਰਕਿੰਗ ਕਮਿਊਨਿਟੀ ਹੈ, ਵਰਕਿੰਗ ਕਲਾਸ ਪੀਪਲ ਹੂ ਹੈਵ ਵਰਕਡ ਰੀਲੀ ਹਾਰਡ, ਤੇ ਜਿਹੜੀ ਉਹਨਾਂ ਦੀ ਸਮੱਸਿਆਵਾਂ ਸੀਗੀਆਂ ਸਭ ਤੋਂ ਵੱਡੀ ਤਾਂ ਉਹਨਾਂ ਦੀ ਅਫੋਰਡੇਬਿਲਿਟੀ ਨੂੰ ਲੈ ਕੇ ਸੀਗੀ, ਕਿ ਬਹੁਤ ਜ਼ਿਆਦਾ ਅਸੀਂ ਸੁਣ ਰਹੇ ਸੀਗੇ ਅਫੋਰਡੇਬਲ ਨਹੀਂ ਹੋ ਰਹੀ ਹੈ ਜ਼ਿੰਦਗੀ, ਅਸੀਂ ਬਹੁਤ ਕੰਮ ਕਰ ਰਹੇ ਹਾਂ ਪਰ ਅਫੋਰਡੇਬਿਲਿਟੀ ਨਹੀਂ ਹੈਗੀ ਹੈ, ਤੇ ਇਹੀ ਚੀਜ਼ਾਂ ਅਸੀਂ ਜਿਹੜੇ ਗੱਲਾਂ ਉਹਨਾਂ ਤੋਂ ਸੁਣੀਆਂ ਉਹੀ ਅਸੀਂ ਆਪਣੇ ਪਲੈਟਫਾਰਮ 'ਚ ਪਾਈਆਂ, ਉਹੀ ਅਸੀਂ ਫਿਰ ਜਦ ਸਰਕਾਰ ਬਣੀ ਅਸੀਂ ਉਹਦੇ 'ਤੇ ਹੀ ਅਪਲਾਈ ਕੀਤਾ ਉਹ ਚੀਜ਼ਾਂ ਨੂੰ। ਬੇਸ਼ੱਕ ਉਹ ਅਸੀਂ ਆਪਣੇ ਟੋਲਸ ਹਟਾਏ, ਬੇਸ਼ੱਕ ਉਹ MSP ਪ੍ਰੀਮੀਅਮਸ ਨੂੰ ਐਲੀਮੀਨੇਟ ਕਰਨ ਦੀ ਗੱਲ ਸੀ ਜਾਂ ਮਿਨੀਮਮ ਵੇਜ ਨੂੰ ਵਧਾਉਣ ਦੀ ਗੱਲ ਸੀਗੀ, ਐਂਡ ਆਲਸੋ ਵੀ ਹੈਵ ਆਲਰੇਡੀ ਟਾਕਡ ਅਬਾਊਟ ਦੀ ਸਰਵਿਸਿਜ਼ ਲਾਈਕ ਐਜੂਕੇਸ਼ਨ ਐਂਡ ਹੈਲਥ ਕੇਅਰ, ਉਹਦੇ ਬਾਰੇ ਬਹੁਤ ਸੁਣਨ ਨੂੰ ਮਿਲਦਾ ਸੀਗਾ ਮੈਨੂੰ ਆਪਣੀ ਕਮਿਊਨਿਟੀ ਦੇ ਵਿੱਚ, ਐਂਡ ਲੋਕਾਂ ਨੂੰ ਇਹ ਲੱਗਦਾ ਸੀਗਾ ਕਿ ਜਿਹੜੀ ਚੀਜ਼ ਦੇ ਉਹ ਹੱਕਦਾਰ ਸੀਗੇ, ਜਿਵੇਂ ਦੇ ਹੈਲਥ ਕੇਅਰ ਸਿਸਟਮ ਦੇ ਜਾਂ ਐਜੂਕੇਸ਼ਨ ਸਿਸਟਮ ਦੇ, ਉਹਨਾਂ ਨੂੰ ਜਾਂ ਉਹਨਾਂ ਦੇ ਬੱਚਿਆਂ ਨੂੰ ਨਹੀਂ ਮਿਲ ਰਿਹਾ ਹੈਗਾ, ਐਂਡ ਦੈਟਸ ਵਾਈ we became the voice for those people, we took it forward, ਤੇ ਉਹਦੇ ਹਿਸਾਬ ਨਾਲ ਹੀ ਜਿਹੜੀ ਨਵੇਂ ਸਰੀ ਹਸਪੀਟਲ ਦੀ ਉਸਾਰੀ ਦੀ ਗੱਲ ਹੋਵੇ ਜਾਂ ਬੇਸ਼ੱਕ 2 ਅਰਜੈਂਟ ਪ੍ਰਾਇਮਰੀ ਕੇਅਰ ਸੈਂਟਰ ਨਵੇਂ ਬਣੇ ਜਾਣੇ ਸਰੀ ਦੇ ਵਿੱਚ, ਉਹਦੇ ਸਦਕਾ ਹੀ ਆਇਆ what we were hearing from people, and I would say ਕਿ I have been in the community, ਮੈਂ ਆਪਣੀ my ears and eyes have always been in the community, ਜਿਹੜੇ ਉਹਨਾਂ ਦੇ ਇਸ਼ੂ ਹੈ I have advocated for those issues, ਬੇਸ਼ੱਕ ਉਹ ਮਲਟੀਕਲਚਰਲਿਜ਼ਮ ਨੂੰ ਲੈ ਕੇ ਹੋਣ, ਕਿਉਂਕਿ ਮੇਰੀ ਕਮਿਊਨਿਟੀ ਬਹੁਤ ਜ਼ਿਆਦਾ ਡਾਇਵਰਸ ਹੈ। ਅਸੀਂ ਚਾਹਾਂਗੇ, ਜਦ ਅਸੀਂ ਹੁਣ ਇਹ ਪੁਲਿਸ ਕੰਪਲੇਂਟ ਪ੍ਰੋਸੈਸ ਦੀ ਵੀ ਜਦ ਅਸੀਂ ਗੱਲ ਕਰ ਰਹੇ ਸੀਗੇ, ਤੇ ਉਹਦਾ ਕਾਰਨ ਇਹ ਹੀ ਸੀਗਾ ਕਿ ਅਸੀਂ ਜਾਣਦੇ ਹਾਂ ਕਿ ਪੁਲਿਸ ਦੇ ਵਿੱਚ ਬਹੁਤ ਜ਼ਿਆਦਾ ਰੇਸਿਜ਼ਮ ਦੇਖਣ ਨੂੰ ਮਿਲ ਰਿਹਾ, ਤੇ ਰੇਸਿਜ਼ਮ ਕੌਣ ਹੰਡਾ ਰਿਹਾ? ਸਾਡੇ ਵਰਗੇ ਲੋਕੀ ਬਹੁਤ ਜ਼ਿਆਦਾ ਹੰਡਾਉਂਦੇ ਆ, ਤੇ ਅਸੀਂ ਨਹੀਂ ਚਾਹੁੰਦੇ ਕਿ ਉਵੇਂ ਦੀ ਚੀਜ਼ ਹੋਵੇ, ਤੇ ਮੈਂ ਆਈ ਹੈਵ ਬੀਨ ਅ ਵੈਰੀ ਸਟਰੋਂਗ ਵੌਇਸ ਅਗੇਂਸਟ ਬਿਗਟਰੀ ਔਰ ਅਗੇਂਸਟ ਰੇਸਿਜ਼ਮ, ਤੇ ਉਹ ਚੀਜ਼ਾਂ ਮੈਂ ਅੱਗੇ ਲੈ ਕੇ ਗਈਆਂ। ਬੇਸ਼ੱਕ ਹਿਊਮਨ ਰਾਈਟਸ ਕਮਿਸ਼ਨ ਨੂੰ ਦੁਬਾਰਾ ਬਹਾਲ ਕਰਨਾ, ਇਹ ਵੀ ਸਾਡੀ ਕਮਿਊਨਿਟੀ ਦੀ ਨੀਡ ਸੀਗੀ, ਜਾਂ ਮੇਰਾ ਇੱਕ ਮੋਸ਼ਨ ਲੈ ਕੇ ਆਉਣਾ ਲੈਜਿਸਲੇਚਰ ਦੇ ਵਿੱਚ, ਜਿਹਦੇ ਵਿੱਚ ਕਿ ਹੈਡ ਸਕਾਰਫਸ ਪਾ ਕੇ ਜਾਂ ਜਿਹੜੇ ਲੋਕੀ ਪਗੜੀ ਪਾਉਂਦੇ ਹੈਗੇ ਆ ਜਾਂ ਹਿਜਾਬ ਪਾਉਂਦੀਆਂ ਔਰਤਾਂ, ਉਹਨਾਂ ਨੂੰ ਵੀ ਇਹ ਹੱਕ ਹੋਵੇ ਲੈਜਿਸਲੇਚਰ 'ਚ ਬਹਿਣ ਦਾ, ਕਿਉਂਕਿ ਇਹ ਅਜੇ ਤੱਕ ਉਹ ਰੂਲ ਸੀਗਾ ਕਿ ਇਫ ਯੂ ਆਰ ਇਨ ਦ ਲੈਜਿਸਲੇਚਰ ਤੁਸੀਂ ਸਿਰ ਨੰਗਾ ਹੀ ਹੋਣਾ ਚਾਹੀਦਾ, ਤੁਸੀਂ ਸਿਰ ਢੱਕ ਕੇ ਨਹੀਂ ਬਹਿ ਸਕਦੇ। ਸੋ ਬ੍ਰਿੰਗਿੰਗ ਦੋਜ਼ ਚੇਂਜਸ ਲਾਈਕ ਦ ਥਿੰਗਸ ਦੈਟ ਮੈਟਰ ਟੂ ਪੀਪਲ, ਵੇ ਦ ਕਮਿਊਨਿਟੀ ਇਜ਼ ਚੇਂਜਿੰਗ, ਹਾਊ ਵੀ ਆਰ ਬਿਕਮਿੰਗ ਸੱਚ ਅ ਡਾਇਵਰਸ ਕਮਿਊਨਿਟੀ, ਉਹਨਾਂ ਦੀ ਨੀਡਸ ਚੇਂਜ ਹੋ ਰਹੀਆਂ ਹੈਗੀਆਂ, ਉਹ ਨੀਡਸ ਤੇ ਕਿਵੇਂ ਐਡਵੋਕੇਟ ਕਰਨਾ, ਕਿਵੇਂ ਨਵੀਆਂ ਚੇਂਜਸ ਲੈਣੀਆਂ, ਕਿਵੇਂ ਨਵੇਂ ਮੋਸ਼ਨਸ ਲਿਆਉਣੇ ਆ, I have advocated that. ਵੋਟਸ ਜਿਹੜੀਆਂ ਮੇਲ ਇਨ ਬੈਲਟ ਹੋ ਰਹੀਆਂ ਹੈਗੀਆਂ ਨੇ, ਉਹਨਾਂ ਦੇ ਬਾਰੇ ਕੀ ਆਪਣੀ ਕਨਸਟੀਚੁਐਂਸੀ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਆ? ਮੈਂ ਕਹੂੰਗੀ ਕਿ ਦਿਸ ਇਜ਼ ਤੁਹਾਡਾ ਹੱਕ ਹੈ ਵੋਟ ਪਾਉਣ ਦਾ, ਐਂਡ ਵੋਟ ਪਾਉਣ ਦਾ ਮੈਂ ਬਾਰ-ਬਾਰ ਇੱਕ ਗੱਲ ਜਿਹੜੀ ਰਿਪੀਟ ਕਰਦੀ ਹਾਂ, ਔਰ ਸਪੈਸ਼ਲੀ ਜਿਹੜੀ ਆਪਣੀ ਕਮਿਊਨਿਟੀ ਨੂੰ, ਕਿ ਸਾਨੂੰ ਇਹ ਹੱਕ ਬਹੁਤ ਔਖਾ ਮਿਲਿਆ। ਇਟ ਟੁਕ ਅਸ 40 ਸਾਲ ਦੀ ਜੱਦੋ-ਜਹਿਦ ਸੀਗੀ ਕਿ ਜਦੋਂ 1907 ਵਿੱਚ ਸਾਡੇ ਤੋਂ ਲੈ ਲਿਆ ਗਿਆ, 1947 'ਚ ਅਸੀਂ ਵਾਪਿਸ ਲਿਆ ਹੱਕ। ਸੋ ਡੋਂਟ ਲੈਟ ਦਿਸ ਵੋਟਿੰਗ ਰਾਈਟ ਗੈਟ ਅਵੇ, ਔਰ ਨਾ ਹੀ ਕਿਸੇ ਨੂੰ ਮਿਸਯੂਜ਼ ਕਰਨ ਦਿਓ, ਪਰ ਇਹ ਕਿ ਵੋਟਿੰਗ ਰਾਈਟ ਆਪਣਾ ਜ਼ਰੂਰ ਅਪਲਾਈ ਕਰੋ। ਔਰ ਜਿਹੜੀ ਕੋਵਿਡ ਦੀ ਇਲੈਕਸ਼ਨ ਹੈਗੀ ਹੈ, ਜੇ ਤੁਹਾਨੂੰ ਲੱਗਦਾ ਕਿ ਇਟ ਇਜ਼ ਨਾਟ ਸੇਫ ਫॉर ਯੂ ਟੂ ਗੋ ਆਊਟ ਐਂਡ ਵੋਟ, ਮੇਲ ਇਨ ਬੈਲਟ ਕਰਨ ਦਾ ਤੁਹਾਡੇ ਕੋਲ ਮੌਕਾ ਹੈਗਾ, ਯੂ ਕੈਨ ਡੂ ਇਟ ਬਾਈ
ਆਸਕਿੰਗ ਫॉर ਅ ਮੇਲ ਇਨ ਬੈਲਟ ਫੋਨ ਕਰਕੇ ਜਾਂ ਤੁਸੀਂ ਆਪਣੇ ਇੰਟਰਨੈਟ ਦੇ ਉੱਤੇ ਤੁਸੀਂ ਉਹਨੂੰ ਮੰਗਵਾ ਸਕਦੇ ਹੋ, ਉਹਨੂੰ ਭਰ ਕੇ ਤੁਸੀਂ ਭੇਜ ਦਿਓ, ਪਰ ਉਹ ਮਿਲਣਾ ਚਾਹੀਦਾ ਹੈ 24 ਅਕਤੂਬਰ ਤੱਕ। ਉਸ ਤੋਂ ਇਲਾਵਾ ਅਸੀਂ ਜਿਹੜੀਆਂ ਐਡਵਾਂਸ ਵੋਟਿੰਗ ਦੀਆਂ ਡੇਜ਼ ਹੈ ਉਹ ਕਾਫੀ 7 ਦਿਨ ਐਡਵਾਂਸ ਵੋਟਿੰਗ ਹੋਏਗੀ ਐਂਡ 8 ਤੋਂ ਲੈ ਕੇ ਸਵੇਰੇ 15 ਤਰੀਕ ਤੋਂ ਲੈ ਕੇ 21 ਤਰੀਕ ਤੱਕ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਐਂਡ ਇੱਕ ਜਿਹੜਾ 24 ਤਰੀਕ ਹੈਗਾ ਉਹ ਤਾਂ ਐਕਚੁਅਲ ਡੇਟ ਹੈਗੀ ਹੈ ਔਰ ਪੂਰੇ ਫਿਜ਼ੀਕਲ ਡਿਸਟੈਂਸਿੰਗ ਦਾ ਧਿਆਨ ਰੱਖਿਆ ਜਾ ਰਿਹਾ, ਪੂਰੀ ਜਿਹੜੀ ਤੁਹਾਡੀ ਸੁਰੱਖਿਆ ਦਾ ਧਿਆਨ ਰੱਖਿਆ ਜਾ ਰਿਹਾ ਇਲੈਕਸ਼ਨਸ ਪੀਸੀ ਤੋਂ। ਪਰ ਮੈਂ ਸਿਰਫ ਤੁਹਾਨੂੰ ਇਹ ਕਹੂੰਗੀ ਕਿ ਸਾਰੇ ਜਿਹੜੇ ਮੇਰੇ ਸਿਰ ਉੱਤੇ ਸੁਣ ਰਹੇ ਹੈ ਕਿ ਪਲੀਜ਼ ਵੋਟ ਜ਼ਰੂਰ ਪਾਓ, ਆਪਣਾ ਇਸ ਹੱਕ ਨੂੰ ਜਾਣ ਨਾ ਦਿਓ। ਜੀ ਬਿਲਕੁਲ, ਥੈਂਕ ਯੂ ਸੋ ਮਚ ਐਂਡ ਗੁੱਡ ਲੱਕ ਰਚਨਾ ਜੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਬਿਲਕੁਲ ਜੀ, ਗੱਲਬਾਤ ਹੋਈ ਅੱਜ ਰਚਨਾ ਸਿੰਘ ਜੋ ਕਿ ਰੀ-ਇਲੈਕਟ ਹੋਣ ਦੇ ਲਈ ਅੱਗੇ ਆਏ ਨੇ ਐਨਡੀਪੀ ਦੇ ਵੱਲੋਂ, ਤੇ ਨਾਲ ਤੁਹਾਨੂੰ ਹੋਰ ਵੀ ਅਸੀਂ ਇਨਫੋਰਮੇਸ਼ਨ ਪ੍ਰੋਵਾਈਡ ਕਰ ਰਹੇ ਹਾਂ ਕਿ ਕੀ ਕੁਝ ਹੋ ਰਿਹਾ ਹੈਗਾ ਸਰੀ ਦੇ ਵਿੱਚ ਤੇ ਨਾਲ ਪੂਰੀ BC ਦੇ ਵਿੱਚ ਚੋਣਾਂ ਨੂੰ ਲੈ ਕੇ, ਕਿਉਂਕਿ ਇਲੈਕਸ਼ਨ ਜਿਹੜੀਆਂ ਨੇ ਉਹ ਬਹੁਤ ਛੇਤੀ ਆ ਗਈਆਂ ਨੇ ਤੇ 10 ਦਿਨ ਆਲਰੇਡੀ ਹੋ ਚੁੱਕੇ ਨੇ ਕੈਂਪੇਨਸ ਚੱਲਦੀਆਂ ਨੂੰ। ਹੋਰ ਪਲੇਟਫਾਰਮ ਅਸੀਂ ਉਡੀਕ ਕਰ ਰਹੇ ਹਾਂ ਕਿ ਕਿਹੜੀਆਂ ਅਨਾਉਂਸਮੈਂਟਸ ਹੋ ਰਹੀਆਂ ਨੇ। ਧਿਆਨ ਨਾਲ ਤੁਸੀਂ ਸੁਣੋ ਕਿ ਕਿਹੜੀ ਪਾਰਟੀ ਕੀ ਕਹਿ ਰਹੀ ਹੈਗੀ ਹੈ, ਤੁਹਾਡੇ ਲਈ ਕੀ ਸਹੀ ਹੈ, ਉਹ ਦੇਖ ਕੇ ਹੀ ਤੁਸੀਂ ਇੱਕ ਪਾਰਟੀ ਨੂੰ ਚੁਣਨਾ ਹੈ, ਵੋਟ ਪਾਉਣੀ ਹੈ, ਆਪਣੇ ਲੀਡਰ ਨੂੰ ਚੁਣਨਾ ਹੈਗਾ ਹੈ, ਨਾਲ ਜੋ ਤੁਹਾਡੀ ਆਵਾਜ਼ ਵਿਕਟੋਰੀਆ ਤੱਕ ਲੈ ਕੇ ਜਾਏਗਾ ਉਸ ਇਨਸਾਨ ਨੂੰ ਚੁਣਨਾ ਹੈਗਾ ਹੈ। ਸੋ ਆਪਣੀ ਵੋਟ ਜਿਹੜੀ ਹੈ ਉਹ ਜ਼ਰੂਰ ਪਾਓ, ਚਾਹੇ ਉਹ ਮੇਲ ਇਨ ਬੈਲਟ ਕਰਕੇ, ਚਾਹੇ ਉਹ ਤੁਸੀਂ ਪੋਲਿੰਗ ਸਟੇਸ਼ਨ ਦੇ ਉੱਤੇ ਜਾ ਕੇ ਪਾ ਸਕਦੇ ਹੈਗੇ। ਸੋ 24 ਤਰੀਕ ਨੂੰ ਦੇਖਣਾ ਹੋਵੇਗਾ ਕਿ ਕੌਣ ਹੋਵੇਗਾ BC ਦੇ ਵਿੱਚ ਪ੍ਰੀਮੀਅਰ ਤੇ ਕਿਹੜੀ ਹੋਵੇਗੀ ਨਵੀਂ ਟੀਮ। ਤੁਹਾਨੂੰ ਅਪਡੇਟ ਇਸ ਤਰ੍ਹਾਂ ਹੀ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ FYI ਮੀਡੀਆ। ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।